ਹੈਲੋ ਫਰੈਂਡਸ, ਵੈਲਕਮ ਟੂ ਸਮਰਿੱਧੀ ਜੋਬ ਅੱਡਾ ਚੈਨਲ। ਅੱਜ ਅਸੀਂ ਫਿਰ ਤੋਂ ਤੁਹਾਡੇ ਵਾਸਤੇ ਲਾਇਬ੍ਰੇਰੀ ਸਾਇੰਸ ਦੇ ਨਾਲ ਰਿਲੇਟਡ ਕੁਝ MCQs ਲੈ ਕੇ ਆਏ ਹਾਂ। ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਦੇਖੋ, ਜਿਹੜਾ ਅੱਜ ਦਾ ਫਸਟ ਕੁਐਸਚਨ ਹੈਗਾ ਆ ਕਿ ਪ੍ਰੋਲੇਗੋਮੇਨਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ ਕਿਤਾਬ ਦਾ ਲੇਖਕ ਕੌਣ ਹੈ? ਤਾਂ ਇਹਦਾ ਆਨਸਰ ਆਏਗਾ SR ਰੰਗਨਾਥਨ। ਨੈਕਸਟ ਹੈ, ਸਾਰੇ ਪ੍ਰੋਗਰਾਮਾਂ ਲਈ ਸੂਚਨਾ ਕਿਸ ਦੁਆਰਾ ਜਾਰੀ ਕੀਤੀ ਗਈ ਸੀ? ਤਾਂ ਇਹਦਾ ਆਪਸ਼ਨ ਆਏਗਾ ਜੀ A ਯੂਨੈਸਕੋ। ਸੂਚਨਾ ਸਾਖਰਤਾ ਸ਼ਬਦ ਕਿਸ ਸਾਲ ਵਰਤਿਆ ਗਿਆ ਸੀ? ਤਾਂ ਇਹਦਾ ਆਨਸਰ ਆਏਗਾ 1974। ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਕਦੋਂ ਮਨਾਇਆ ਜਾਂਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ 14 ਨਵੰਬਰ। SR ਰੰਗਨਾਥਨ ਨੇ ਮੋਬਾਈਲ ਲਾਇਬ੍ਰੇਰੀ ਲਈ ਕਿਹੜਾ ਸ਼ਬਦ ਵਰਤਿਆ? ਤਾਂ ਇਹਦਾ ਆਨਸਰ ਆਏਗਾ ਲਾਇਬ੍ਰੇਰੀ ਔਨ ਵੀਲਸ। ਫਾਈਲ ਉੱਤੇ ਤੱਥ ਕਿਸ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਹਨ? ਇਹਦਾ ਆਨਸਰ ਆਏਗਾ HW ਵਿਲਸਨ। DOC ਦੇ ਇਲੈਕਟ੍ਰੋਨਿਕ ਸੰਸਕਰਣ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਹਨੂੰ ਅਸੀਂ ਵੈਬ ਡੇ ਵੀ ਬੋਲਦੇ ਹਾਂ। ਰਾਜਸਥਾਨ ਲਾਇਬ੍ਰੇਰੀ ਐਕਟ ਕਦੋਂ ਲਾਗੂ ਕੀਤਾ ਗਿਆ ਸੀ? ਤਾਂ ਇਹਦਾ ਆਨਸਰ ਆਏਗਾ ਜੀ 2006 ਦੇ ਵਿੱਚ। ਨੈਸ਼ਨਲ ਡਿਪੋਜ਼ਿਟਰੀ ਗਿਆਨ ਕੋਸ਼ ਦੀ ਪਾਲਣਾ ਕਿਸ ਨੇ ਕੀਤੀ? ਤਾਂ ਇਹਦਾ ਆਨਸਰ ਆਏਗਾ ਜੀ GNU। ਡੇਵਿਡ ਡੈਸੀਮਲ ਕਲਾਸੀਫਿਕੇਸ਼ਨ ਕਦੋਂ ਤੋਂ OCLC ਤੋਂ ਮਲਕੀਅਤ ਹੈ? ਤਾਂ ਇਹਦਾ ਆਨਸਰ ਆਏਗਾ ਜੀ 1988। 7 ਫੇਸਿਸ ਆਫ ਇਨਫੋਰਮੇਸ਼ਨ ਲਿਟਰੇਸੀ ਕਿਸ ਨੇ ਬਣਾਇਆ? ਤਾਂ ਇਹਦਾ ਆਨਸਰ ਆਏਗਾ ਕ੍ਰਿਸਟੀਨ ਸੁਜ਼ੈਨ ਬਰੂਸ ਨੇ ਜਿਹੜਾ ਸੀਗਾ 7 ਫੇਸ ਆਫ ਇਨਫੋਰਮੇਸ਼ਨ ਲਿਟਰੇਸੀ ਬਣਾਇਆ। ਲੋੜ ਸਿਧਾਂਤ ਕਿਸ ਨੇ ਦਿੱਤਾ ਹੈ? ਤਾਂ ਇਹ ਮੈਸਲੋ ਨੇ ਦਿੱਤਾ ਸੀਗਾ, ਨੀਡ ਦੀ ਥਿਊਰੀ। ਨੈਕਸਟ ਹੈ, ਜੁਮਲਾ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ? ਕੰਟੈਂਟ ਮੈਨੇਜਮੈਂਟ ਸੌਫਟਵੇਅਰ। ਇਹਦਾ ਆਨਸਰ ਆਏਗਾ। ਐਕਸ਼ਨ ਰਿਸਰਚ ਦਾ ਮਤਲਬ ਕੀ ਹੈ? ਤਾਂ ਇਹਦਾ ਮਤਲਬ ਹੈਗਾ ਹੈ ਕਿ ਇੱਕ ਤਤਕਾਲ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਖੋਜ ਸ਼ੁਰੂ ਕੀਤੀ ਗਈ। ਜੋਟੈਰੋ ਸੌਫਟਵੇਅਰ ਕਿਸ ਲਈ ਵਰਤਿਆ ਜਾਂਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ਰੈਫਰੈਂਸ ਮੈਨੇਜਮੈਂਟ। ਲੇਖਕ ਉਤਪਾਦਕਤਾ ਦੇ ਮਾਪ ਲਈ ਕਿਹੜਾ ਨਿਯਮ ਲਾਗੂ ਹੁੰਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ਲੋਟਕਾਸ ਲਾਅ। ਡੇਜ਼ੀਡੌਕ ਇਸ ਦਾ ਦਸਤਾਵੇਜੀ ਕੇਂਦਰ ਹੈ। ਤਾਂ ਕਿਸ ਦਾ ਦਸਤਾਵੇਜੀ ਦਾ ਕੇਂਦਰ ਹੈ ਇਹ? ਡਿਫੈਂਸ ਸਾਇੰਸ ਦਾ, ਜਾਂ ਜਿਹਨੂੰ ਅਸੀਂ ਰੱਖਿਆ ਵਿਗਿਆਨ ਵੀ ਬੋਲਦੇ ਹਾਂ। ਇੱਕ ਡਿਜੀਟਲ ਰਿਪੋਜ਼ਿਟਰੀ ਸੌਫਟਵੇਅਰ ਕਿਹੜਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ਗ੍ਰੀਨਸਟੋਨ। ਬੁਲੀਅਨ ਆਪਰੇਟਰ ਹੈ, ਇਹ ਕੀ ਹੈ? ਇੱਕ ਬੁਲੀਅਨ ਆਪਰੇਟਰ ਇੱਕ ਖੋਜ ਤਕਨੀਕ ਹੈ। ਸਾਈਬਰ ਸਪੇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ? ਤਾਂ ਵਿਲੀਅਮ ਗਿਬਸਨ ਇਹਦਾ ਆਨਸਰ ਆਏਗਾ। ਹੇਠਾਂ ਦਿੱਤੇ ਵਿੱਚੋਂ ਕਿਹੜਾ ਚਿੱਤਰ ਗ੍ਰਾਫਿਕ ਫਾਰਮੈਟ ਨਹੀਂ ਹੈ? ਤਾਂ ਇਹਦਾ ਆਨਸਰ ਆਏਗਾ ਜੀ GUI। ਨੁੱਕ ਕੀ ਹੈ? ਇੱਕ ਬੁੱਕ ਰੀਡਰ ਹੈ ਜਿਹਨੂੰ ਅਸੀਂ ਨੁੱਕ ਬੋਲਦੇ ਹਾਂ। ਯੂਨੀਵਰਸਿਟੀ ਲਾਇਬ੍ਰੇਰੀ ਦਾ ਬਜਟ ਕਿਸ ਦੁਆਰਾ ਮਨਜ਼ੂਰ ਕੀਤਾ ਜਾਂਦਾ ਹੈ? ਤਾਂ ਇਹ ਜਿਹੜਾ ਬਜਟ ਹੈ ਲਾਇਬ੍ਰੇਰੀ ਕਮੇਟੀ ਦੁਆਰਾ ਮਨਜ਼ੂਰ ਕੀਤਾ ਜਾਂਦਾ ਹੈ। ਡੌਗਲਜ਼ MC ਜੌਰਜਰ ਕਿਸ ਲਈ ਜਾਣਿਆ ਜਾਂਦਾ ਹੈ? ਤੇ ਥਿਊਰੀ X ਐਂਡ ਥਿਊਰੀ Y ਵਾਸਤੇ। ਕਾਰਡਿਕ ਸਿਸਟਮ ਕਿਸ ਦੇ ਰੱਖ ਰਖਾਅ ਲਈ ਖੋਜਿਆ ਗਿਆ ਸੀ? ਤਾਂ ਇਹਦਾ ਆਨਸਰ ਆਏਗਾ ਜੀ ਰਿਕਾਰਡ ਆਫ ਪੀਰੀਓਡਿਕਲਸ। ਕਿਤਾਬ ਦੀ ਚੋਣ ਦਾ ਮੁੱਖ ਉਦੇਸ਼ ਸਹੀ ਪਾਠਕ ਨੂੰ ਸਹੀ ਸਮੇਂ ਤੇ ਸਹੀ ਪੁਸਤਕ ਪ੍ਰਦਾਨ ਕਰਨਾ ਹੈ। ਇਹ ਕਥਨ ਕਿਸ ਦਾ ਹੈ? ਤਾਂ ਇਹਦਾ ਆਨਸਰ ਆਏਗਾ ਫ੍ਰਾਂਸਿਸ ਡਿਰੂਰੀ। ਨੈਕਸਟ ਹੈ ਜੀ CCF ਦੀ ਬਣਤਰ ਵਿੱਚ ਕੀ ਵਰਤਿਆ ਜਾਂਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ISO 2709। ISBN ਵਿੱਚ ਕਿੰਨੇ ਅੰਕ ਹੁੰਦੇ ਹਨ? ਤਾਂ ਇਹਦੇ ਵਿੱਚ ਟੋਟਲ ਤੁਹਾਡੇ 13 ਅੰਕ ਹੁੰਦੇ ਹਨ। SGML ਤੋਂ ਕੀ ਭਾਵ ਹੈ? ਤਾਂ ਇਹਦੀ ਫੁੱਲ ਫਾਰਮ ਹੈਗੀ ਹੈ ਸਟੈਂਡਰਡ ਜਨਰਲਾਈਜ਼ਡ ਮਾਰਕਅਪ ਲੈਂਗੁਏਜ। ਡਿਊਬਲਿਨ ਕੋਰ ਮੈਟਾ ਡਾਟਾ ਵਿੱਚ ਕਿੰਨੇ ਤੱਤ ਹਨ? ਤਾਂ ਇਹਦਾ ਆਨਸਰ ਆਏਗਾ ਜੀ 15।
XML ਦਾ ਕੀ अर्थ है? तो एक्सटेंसिबल मार्कअप लैंग्वेज ਇਹਦੀ फुल फॉर्म आएगी। ਲਾਇਬ੍ਰੇਰੀ ਹੈਰਾਲਡ ਕਿੱਥੇ ਪ੍ਰਕਾਸ਼ਿਤ ਹੁੰਦਾ ਹੈ? तो ਇਹ ਦਿੱਲੀ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ। वर्ल्ड ऑफ लर्निंग ਵਿੱਚ किस किस्म ਦਾ स्रोत है? तो ਇਹ ਇੱਕ डायरेक्टरी किस्म ਦਾ स्रोत है। इंटैक्चुअल प्रॉपर्टी राइट किस ਨਾਲ संबंधित है? तो ਇਹਦਾ आंसर आएगा प्राइमरी स्रोत। किस शब्द ਲਈ एटिमोलॉजी ਲੱਭਣ ਲਈ सही हवाला स्रोत है? डिक्शनरी। ਹੇਠਾਂ ਵਿੱਚੋਂ सूचना ਪ੍ਰਣਾਲੀਆਂ ਨੂੰ ਉਹਨਾਂ ਦੇ ਸਥਾਪਨਾ ਦਿਵਸ ਦੇ ਅਨੁਸਾਰ ਵਿਵਸਥਿਤ ਕਰਨਾ ਹੈ। तो देख लो ਇਹਦਾ ऑप्शन बी आएगा। ठीक है जी, पहला इंस्पैक्ट ਦੀ ਸਥਾਪਨਾ ਹੋਈ ਸੀ, ਦੈਨ ਸੈਕਿੰਡ ਨੰਬਰ ਤੇ ਮੈਡਲਾਰਸ, ਫਿਰ ਤੁਹਾਡਾ ਆਏਗਾ ਆਇਨੀਜ਼ ਔਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਐਗਰੀਸ। ਦੇਖ ਲਓ ਕਦੋਂ ਕਦੋਂ ਸਥਾਪਨਾ ਹੋਈ ਸੀ ਇੰਸਪੈਕਟ ਦੀ, ਜਿਹੜੀ ਸੀ 1898 ਤੋਂ ਲੈ ਕੇ 1914 ਦੇ ਵਿੱਚ। ਮੈਡਲਾਰਸ ਮੈਡੀਕਲ ਸਾਹਿਤ ਵਿਸ਼ਲੇਸ਼ਣ ਅਤੇ ਪ੍ਰਾਪਤੀ ਪ੍ਰਣਾਲੀ 1954 ਵਿੱਚ। ਆਇਨੀਜ਼ ਇੰਟਰਨੈਸ਼ਨਲ ਨਿਊਕਲੀਅਰ ਇਨਫੋਰਮੇਸ਼ਨ ਸਿਸਟਮ ਜਿਹੜਾ ਸੀ 1970 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ, ਔਰ ਐਗਰੀਸ ਦੀ ਜਿਹੜੀ ਸੀ ਸਥਾਪਨਾ ਹੋਈ 1974 ਦੇ ਵਿੱਚ। ਨੈਕਸਟ ਹੈ ਹੇਠਾਂ ਦਿੱਤੇ ਲਾਇਬ੍ਰੇਰੀ ਸੌਫਟਵੇਅਰ ਨੂੰ ਉਹਨਾਂ ਦੇ ਲਾਂਚ ਕਰਨ ਦੇ ਸਾਲ ਦੇ ਅਨੁਸਾਰ ਵੱਧਦੇ ਕ੍ਰਮ ਵਿੱਚ ਵਿਵਸਥਿਤ ਕਰੋ। ਤਾਂ ਲਾਂਚ ਕਰਨ ਦੇ ਸਾਲ ਦੇ ਅਨੁਸਾਰ ਜਿਹੜਾ ਇਹਦਾ ਡੀ ਆਪਸ਼ਨ ਸਹੀ ਆਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੋਹਾ ਲਾਂਚ ਹੋਇਆ ਸੀ, ਉਸ ਤੋਂ ਬਾਅਦ PH ਮਾਈ ਲਾਇਬ੍ਰੇਰੀ, ਦੈਨ ਨਿਊ ਗੈਨਲਿਬ ਔਰ ਉਸ ਤੋਂ ਬਾਅਦ ABCD। ਦੇਖ ਲਓ ਇਹ ਵੀ ਕਦੋਂ ਕਦੋਂ ਲਾਂਚ ਹੋਏ ਸੀ। ਕੋਹਾ 1999 ਦੇ ਵਿੱਚ, PHP ਮਾਈ ਲਾਇਬ੍ਰੇਰੀ 2004 ਦੇ ਵਿੱਚ, ਨਿਊ ਗੈਨਲਿਬ 2005 ਦੇ ਵਿੱਚ, ਔਰ ABCD ਜਿਹੜਾ ਲਾਂਚ ਹੋਇਆ ਸੀ 2007 ਦੇ ਵਿੱਚ। ਡਾਟਾ ਟ੍ਰਾਂਸਫਰ ਪ੍ਰਕਿਰਿਆ ਵਿੱਚ ਹੇਠਾਂ ਵਿੱਚੋਂ ਦਿੱਤੇ ਕਿਸ ਕਿਸਮ ਦੇ ਵੱਖ-ਵੱਖ ਹਿੱਸਿਆਂ ਦੇ ਵਿਚਕਾਰ ਕਈ ਪੁੱਲ ਹੁੰਦੇ ਹਨ? ਤਾਂ ਇਹਦਾ ਆਨਸਰ ਆਏਗਾ ਜੀ ਹਬਸ। ਨੈਕਸਟ ਇਹਦੇ ਦੇਖ ਲਓ ਕਿ ਫਾਇਰਵਾਲ ਕੀ ਹੁੰਦਾ ਹੈ। ਫਾਇਰਵਾਲ ਕੰਪਿਊਟਰ ਵਿੱਚ ਇੱਕ ਸੁਰੱਖਿਆ ਸਿਸਟਮ ਨੈਟਵਰਕ ਹੈ। ਔਰ ਪੈਕੇਟ ਸਵਿਚਿੰਗ ਕੀ ਹੁੰਦੇ ਹੈ ਕਿ ਪੈਕੇਟ ਸਵਿਚਿੰਗ ਪੈਕਟਾਂ ਦੇ ਰੂਪ ਵਿੱਚ ਇੱਕ ਨੈਟਵਰਕ ਵਿੱਚ ਡਾਟਾ ਟ੍ਰਾਂਸਫਰ ਕਰਨ ਦਾ ਇੱਕ ਤਰੀਕਾ ਹੈ। ਠੀਕ ਹੈ ਜੀ। ਜੋਟੈਰੋ ਕੀ ਹੈਗਾ? ਇੱਕ ਬਿਬਲੀਓਗ੍ਰਾਫੀ ਰੈਫਰੈਂਸ ਮੈਨੇਜਮੈਂਟ ਟੂਲ ਹੈ। ਇੰਟਰਨੈਟ ਵੀਡੀਓ ਨੂੰ ਡੈਸਕਟਾਪ 'ਤੇ ਡਾਊਨਲੋਡ ਕਰਨ ਦਾ ਸਭ ਤੋਂ ਆਸਾਨ ਤਰੀਕਾ ਕੀ ਹੈ? ਤਾਂ ਵੋਡਿਜ਼ਿੰਗ ਇਹਦਾ ਆਨਸਰ ਆਏਗਾ। The bit number as defined in IP address in Internet Protocol 4 is 32. इंटरनेट गवर्नेंस गाइड एंड लाइब्रेरी ਦਾ ਪ੍ਰਕਾਸ਼ਨ ਹੈ। तो ਕਿਹਦਾ ਪ੍ਰਕਾਸ਼ਨ ਹੈ? ਇੰਟਰਨੈਟ ਗਵਰਨੈਂਸ ਗਾਈਡ ਫॉर ਲਾਇਬ੍ਰੇਰੀ IFLA ਦਾ। किताब द थर्ड वेव ऑफ द लेखक कौन है? तो एल्विन टॉफलर। लाइफा शब्द किसने तैयार किया सी? तो ये जो शब्द है जी तुहाडा हैरोल्ड हास ने तैयार किया है। I10 इंडैक्स किसने पेश किया? ये गूगल स्कॉलर ने। वैबस्टर थर्ड न्यू इंटरनेशनल डिक्शनरी ऑफ द इंग्लिश लैंग्वेज किस साल प्रकाशित हुई सी? 1961 ਦੇ ਵਿੱਚ। दो मासिक मैगजीन इंफॉर्मेशन आउटलुक ऑनलाइन कौन प्रकाशित करता है? तो इसका आंसर आएगा जी SLA। नेक्स्ट क्वेश्चन है वर्ल्ड इंटेलेक्चुअल प्रॉपर्टी ऑर्गेनाइजेशन एक एजेंसी है। तो इसका आंसर आएगा जी यूनाइटेड नेशन। नैक्सट क्वेश्चन है संदर्भ सेवा विच घट्टो घट्ट मिडल अते वध तों वध सिद्धांत किसने पेश किए हैं? तो इसका आंसर आएगा जी सैम्यूल रोस्टेन ने। एपीग्राफ शब्द का की अर्थ है? तो एक किताब विच एक पूर्व अनुमान या संखेप जान पछाण। नैक्सट है जी पब्लिक लाइब्रेरी एक्ट विच हेठ लिखियां विचों किस लई लाइब्रेरी सेंस की व्यवस्था नहीं है? तो इसका आंसर आएगा जी ए ऑप्शन, जिहदे विच तुहाडा हैगा पश्चिमी बंगाल और महाराष्ट्र। हेठ दिते राज्यां नूं उन्हां दे अपने पब्लिक लाइब्रेरी एक्ट दे लागू होण दे साल दे वधदे क्रम विच व्यवस्थित करो। तो पब्लिक जिहड़ा लाइब्रेरी एक्ट है उहदे लागू होण दे साल दे अकॉर्डिंग तुसीं इन्हां नूं जिहड़ा एडजस्ट करना है। तो इहदा ऑप्शन ए आएगा। सब तो पहला जिहड़ा स्थापित होया सी ओह तुहाडा उड़ीसा, नैक्सट हैगा जी हरियाणा, नैक्सट उत्तर प्रदेश और उस तो बाद अरुणाचल प्रदेश। हरियाणा दे विच देख लो
1979 ਦੇ ਵਿੱਚ ਜਿਹੜੀ ਸੀ ਹੋਈ ਸਥਾਪਨਾ। ਉੜੀਸਾ 2001, ਉੱਤਰ ਪ੍ਰਦੇਸ਼ ਵਿੱਚ 2006, ਅਰੁਣਾਚਲ ਪ੍ਰਦੇਸ਼ ਵਿੱਚ 2009 ਦੇ ਵਿੱਚ। ਹੇਠ ਲਿਖੀਆਂ ਲਾਇਬ੍ਰੇਰੀਆਂ ਨੂੰ ਉਹਨਾਂ ਦੇ ਪ੍ਰਾਪਤੀ ਦੇ ਸਾਲ ਦੇ ਅਨੁਸਾਰ ਵਿਵਸਥਿਤ ਕਰੋ। ਤਾਂ ਇਹਦਾ ਆਨਸਰ ਜਿਹੜਾ ਆਪਸ਼ਨ ਹੈ ਉਹ ਏ ਸਹੀ ਆਏਗਾ ਕਿ ਸਭ ਤੋਂ ਪਹਿਲਾਂ ਜਿਹੜਾ ਰਾਜਾ ਲਾਇਬ੍ਰੇਰੀ ਰਾਏਪੁਰ, ਉਸ ਤੋਂ ਬਾਅਦ ਖੁਦਾ ਬਖਸ਼ ਲਾਇਬ੍ਰੇਰੀ ਪਟਨਾ, ਨੈਕਸਟ ਆਏਗਾ ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਕੋਲਕਾਤਾ, ਫਿਰ ਤੁਹਾਡਾ ਆਏਗਾ ਜੀ ਦਿੱਲੀ ਪਬਲਿਕ ਲਾਇਬ੍ਰੇਰੀ ਦਿੱਲੀ ਦੇ ਵਿੱਚ। ਇਹਨਾਂ ਦੇਖ ਲਓ ਕਦੋਂ ਤੋਂ ਪ੍ਰਾਪਤੀ ਸਾਲ ਹੈ ਇਹਨਾਂ ਦੇ। ਰਾਜ ਲਾਇਬ੍ਰੇਰੀ ਰਾਮਪੁਰ 1774, ਖੁਦਾ ਬਖਸ਼ ਲਾਇਬ੍ਰੇਰੀ ਪਟਨਾ 1891, ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਕੋਲਕਾਤਾ 1948, ਦਿੱਲੀ ਪਬਲਿਕ ਲਾਇਬ੍ਰੇਰੀ ਦਿੱਲੀ ਦੇ ਵਿੱਚ 1951। ਨੈਕਸਟ ਹੈ NDL ਭਾਰਤ, ਜਿਹਨੂੰ ਅਸੀਂ ਬੋਲਦੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ ਇੰਡੀਆ, ਦੀ ਰਚਨਾ ਅਤੇ ਰੱਖ ਰਖਾਅ ਕਿਸ ਦੁਆਰਾ ਕੀਤੀ ਗਈ ਸੀ, ਕਿਸ ਦੁਆਰਾ ਕੀਤੀ ਜਾਂਦੀ ਹੈ? ਤਾਂ IIT ਖੜਗਪੁਰ ਦੁਆਰਾ। ਠੀਕ ਹੈ ਜੀ। ਇਨਫੈਡ ਜਾਂ ਇਨਫੈਲੀਬਨੈਂਟ ਅਸੈਸ ਮੈਨੇਜਮੈਂਟ ਫੈਡਰੇਸ਼ਨ, ਜਿਹਨੂੰ ਅਸੀਂ ਬੋਲਦੇ ਹਾਂ, ਸਰੋਤਾਂ ਤੱਕ ਪਹੁੰਚ ਕਰਨ ਲਈ ਅਧਿਕਾਰਿਤ ਉਪਭੋਗਤਾਵਾਂ ਦੀ ਪ੍ਰਮਾਣਿਕਤਾ ਲਈ ਕਿਹੜਾ ਸੌਫਟਵੇਅਰ ਵਰਤਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ਸ਼ਿਬੋਲੇਥ। ਨੈਕਸਟ ਹੈ ਪਰਸੀਮੋਨੀ ਦਾ ਕਾਨੂੰਨ ਇਸ ਨਾਲ ਸੰਬੰਧਿਤ ਹੈ। ਤਾਂ ਕਿਸ ਨਾਲ ਸੰਬੰਧਿਤ ਹੈ? ਨੋਰਮੇਟਿਵ ਪ੍ਰਿੰਸੀਪਲ ਦੇ ਨਾਲ। ਠੀਕ ਹੈ ਜੀ, ਜਿਹਨੂੰ ਅਸੀਂ ਆਦਰਸ਼ ਸਿਧਾਂਤਾਂ ਨਾਲ ਵੀ ਬੋਲਦੇ ਹਾਂ। ਲੋਕਸ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ? ਤਾਂ ਇਹਦੀ ਸ਼ੁਰੂਆਤ ਸਟੈਨਫੋਰਡ ਯੂਨੀਵਰਸਿਟੀ ਨੇ ਕੀਤੀ ਸੀ। ਨੈਕਸਟ ਹੈ ਲਾਇਬ੍ਰੇਰੀ ਨਾਲ ਸੰਬੰਧਿਤ ਭਾਰਤੀ ਮਿਆਰਾਂ ਲਈ ਜ਼ਿੰਮੇਦਾਰ ਕਮੇਟੀ ਦਾ ਕੀ ਨਾਮ ਹੈ? ਤਾਂ ਇਹਦਾ ਆਨਸਰ ਆਏਗਾ ਜੀ MSD5। MSD5 ਦਾ ਪੂਰਾ ਨਾਮ ਜਿਹੜਾ ਹੈਗਾ ਮੈਨੇਜਮੈਂਟ ਐਂਡ ਸਿਸਟਮ ਡਿਵੀਜ਼ਨ ਹੈ। ਇਹ ਲਾਇਬ੍ਰੇਰੀ ਤੇ ਭਾਰਤੀ ਮਿਆਰਾਂ ਲਈ ਜ਼ਿੰਮੇਵਾਰ ਕਮੇਟੀ ਹੈ। ਵਿਸ਼ਵ ਪੁਸਤਕ ਦਿਵਸ ਕਦੋਂ ਮਨਾਇਆ ਜਾਂਦਾ ਹੈ? ਤਾਂ 23 ਅਪ੍ਰੈਲ ਨੂੰ। ਮੀਨ, ਮੱਧਮ ਅਤੇ ਮੋਡ ਹਨ ਕੇਂਦਰੀ ਪ੍ਰਵਰਤੀ ਦੇ ਉਪਾਅ। BOS ਕੀ ਹੈ? ਇੱਕ ਵਰਗੀਕਰਨ ਵਿਧੀ ਹੈ। ਹਵਾਲਾ ਪੁਸਤਕਾਂ ਲਈ ਮੁਲਾਂਕਣ ਮਾਪਦੰਡ ਦਾ ਸਹੀ ਕ੍ਰਮ ਹੈ। ਤਾਂ ਇਹਦਾ ਆਨਸਰ ਆਏਗਾ ਜੀ A ਆਪਸ਼ਨ ਅਥਾਰਟੀ। ਉਸ ਤੋਂ ਬਾਅਦ ਉਦੇਸ਼ ਅਤੇ ਦਾਇਰੇ। ਅਥਾਰਟੀ, ਉਦੇਸ਼ ਅਤੇ ਦਾਇਰੇ, ਇਲਾਜ, ਵਿਸ਼ੇਸ਼ ਵਿਸ਼ੇਸ਼ਤਾਵਾਂ। ਠੀਕ ਹੈ ਜੀ। ਅਗਰ ਤੁਸੀਂ ਇੰਗਲਿਸ਼ 'ਚ ਗੱਲ ਕਰਦੇ ਹੋ, ਸਭ ਤੋਂ ਪਹਿਲਾਂ ਅਥਾਰਟੀ, ਉਸ ਤੋਂ ਬਾਅਦ ਪਰਪਸ ਐਂਡ ਸਕੋਪ, ਨੈਕਸਟ ਟ੍ਰੀਟਮੈਂਟ, ਉਸ ਤੋਂ ਬਾਅਦ ਸਪੈਸ਼ਲ, ਦੈਨ ਫੀਚਰਸ। ਨੈਕਸਟ ਹੈ ਸਿਟੇਸ਼ਨ ਇੰਡੈਕਸਿੰਗ ਦੀ ਸ਼ੁਰੂਆਤ ਕਰਨ ਵਾਲਾ ਕੌਣ ਹੈ? ਤਾਂ ਗੈਰਫੀਲਡ ਜਿਹੜਾ ਸੀ ਇਹਦੀ ਸ਼ੁਰੂਆਤ ਕਰਨ ਵਾਲਾ ਹੈ। ਫਿਊਜ਼ਨ ਕੀ ਹੈ? ਫਿਊਜ਼ਨ ਵਿਸ਼ੇ ਦੇ ਗਠਨ ਦਾ ਇੱਕ ਢੰਗ ਹੈ। ਠੀਕ ਹੈ ਜੀ। ਇਹ ਟਰਨ ਆਫ ਫਾਰਮੇਸ਼ਨ ਆਫ ਸਬਜੈਕਟ। ਹਵਾਲਾ ਸੇਵਾ ਪ੍ਰਦਾਨ ਕਰਨ ਲਈ ਹੇਠਾਂ ਵਿੱਚੋਂ ਕਿਹੜਾ ਜ਼ਰੂਰੀ ਨਹੀਂ ਹੈ? ਤਾਂ ਇਨਕਲੋਪੀਡੀਅਸ ਜਿਹੜਾ ਹੈ ਜ਼ਰੂਰੀ ਨਹੀਂ ਹੈ। ਇਹਨਾਂ ਵਿੱਚੋਂ ਕਿਹੜੀ ਸੰਸਥਾ ਭਾਰਤ ਵਿੱਚ ਟਰਾਂਸਲੇਸ਼ਨ ਸਰਵਿਸ ਪ੍ਰਦਾਨ ਨਹੀਂ ਕਰਦੀ? ਤਾਂ ILA ਦਿੱਲੀ ਇਹਦਾ ਆਨਸਰ ਆਏਗਾ। ਨੈਕਸਟ ਹੈ ਜੀ ਮਾਰਕੀਟਿੰਗ ਸੰਭਾਵਨਾ ਅਤੇ ਖਪਤਕਾਰਾਂ ਨਾਲ ਸੰਬੰਧਿਤ ਬਣਾਉਣ ਦੀ ਇੱਕ ਪ੍ਰਕਿਰਿਆ ਹੈ ਤਾਂ ਜੋ ਉਤਪਾਦਾਂ ਅਤੇ ਸੇਵਾਵਾਂ ਨੂੰ ਲਾਭ ਦੇ ਨਾਲ ਵਿਕਸਿਤ ਅਤੇ ਅੱਗੇ ਵਧਾਇਆ ਜਾ ਸਕੇ। ਇਹ ਪਰਿਭਾਸ਼ਾ ਕਿਸ ਨੇ ਦਿੱਤੀ? ਤਾਂ ਇਹ ਕ੍ਰਿਸ ਗੈਰਟ ਨੇ ਦਿੱਤੀ ਸੀ ਇਹਦੀ ਪਰਿਭਾਸ਼ਾ। ਇਹਨਾਂ ਵਿੱਚੋਂ ਕਿਹੜੀ ਸਮੱਸਿਆ ਡਾਕੂਮੈਂਟ ਡਿਲੀਵਰੀ ਸਰਵਿਸ ਨਾਲ ਸੰਬੰਧਿਤ ਨਹੀਂ ਹੈ? ਤਾਂ ਇਹਦਾ ਆਨਸਰ ਆਏਗਾ ਈਜ਼ੀ ਅਵੇਲੇਬਿਲਿਟੀ ਆਫ ਪਬਲੀਕੇਸ਼ਨਸ। ਐਗਜ਼ੋਗ੍ਰਾਫਿਕ ਪ੍ਰੋਸੈਸ ਦਾ ਪਿਤਾ ਕੌਣ ਸੀ? ਤਾਂ ਚੈਸਟਰ ਕਾਰਲਸਨ ਇਹਦਾ ਆਨਸਰ ਆਏਗਾ। ਨੈਸ਼ਨਲ ਲਾਇਬ੍ਰੇਰੀ ਕੋਲਕਾਤਾ ਵਿੱਚ ਕਿਸ ਐਕਟ ਅਧੀਨ ਕਿਤਾਬਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ? ਤਾਂ ਡਿਲੀਵਰੀ ਆਫ ਬੁੱਕਸ ਐਕਟ 1954। ਮਿੱਤਰ ਮੰਡਲ ਪਰਿਕਲਪਨਾ ਨੂੰ ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤਾ? ਤਾਂ ਮੋਤੀ ਭਾਈ ਅਮੀਨ ਇਹਦਾ ਆਨਸਰ ਆਏਗਾ। ਮਾਈਕਰੋਫਿਲਮ ਅਤੇ CD-ROM ਫਾਰਮੈਟ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਪੁਸਤਕ ਪ੍ਰਕਾਸ਼ਿਤ ਹੋਈ ਸੀ? ਤਾਂ ਇਹਦਾ ਆਨਸਰ ਆਏਗਾ BNB। UDC ਵਿੱਚ ਸਿਗਨਲ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹਦਾ ਆਨਸਰ ਆਏਗਾ ਜੀ ਰਿਲੇਸ਼ਨਸ਼ਿਪ ਵਾਸਤੇ। ਨੈਕਸਟ ਕੁਐਸਚਨ ਹੈ ਸਾਈਕੋਲੋਜੀ ਆਫ ਟੀਚਰਸ ਨਾਲ ਕੀ ਸੰਬੰਧ ਹੈ? ਤਾਂ ਇਹਦਾ ਆਨਸਰ ਆਏਗਾ ਜੀ ਬਾਇਸ।
ਕਿਸ ਯੂਨੀਵਰਸਿਟੀ ਨੇ ਸਭ ਤੋਂ ਪਹਿਲਾਂ ਲਾਇਬ੍ਰੇਰੀ ਵਿਗਿਆਨ ਦੇ ਪਾਠਕ੍ਰਮ ਵਿੱਚ ਜਾਣਕਾਰੀ ਮਾਰਕੀਟਿੰਗ ਨੂੰ ਸ਼ਾਮਿਲ ਕੀਤਾ ਸੀ? ਤਾਂ ਇਹਦਾ ਆਨਸਰ ਆਏਗਾ ਜੀ ਦਿੱਲੀ ਯੂਨੀਵਰਸਿਟੀ। ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ? ਤਾਂ ਇਹਦਾ ਆਨਸਰ ਆਏਗਾ 2 ਦਸੰਬਰ। ਸ਼ੋਧ ਰੰਗਾਂ ਵਿੱਚ ਇੱਕ ਭੰਡਾਰ ਹੈ? ਤਾਂ ਇਹਦਾ ਆਨਸਰ ਆਏਗਾ ਜੀ ਈ-ਥੀਸਿਸ। ਗੂਗਲ ਦੇ ਸੰਸਥਾਪਕ ਦਾ ਨਾਮ ਕੀ ਹੈ? ਤਾਂ ਇਹਦਾ ਆਨਸਰ ਆਏਗਾ ਜੀ ਲੈਰੀ ਪੇਜ। ਫੇਰੀ ਹਵਾਲੇ ਲਈ ਕਿਹੜਾ ਹਵਾਲਾ ਸੇਵਾ ਸਰੋਤ ਨਹੀਂ ਵਰਤਿਆ ਜਾਂਦਾ? ਤਾਂ ਇਹਦਾ ਆਨਸਰ ਆਏਗਾ ਜਰਨਲ। ਫੈਟ ਦਾ ਪੂਰਾ ਰੂਪ ਕੀ ਹੈ? ਤਾਂ ਇਹਦਾ ਪੂਰਾ ਨਾਮ ਹੈਗਾ ਜੀ ਫਾਈਲ ਟ੍ਰਾਂਸਫਰ ਪ੍ਰੋਟੋਕੋਲ। MPA 3GP AVI MOV MKV ਕਿਹੜੇ ਫਾਰਮੈਟ ਹਨ? ਤਾਂ ਇਹਦਾ ਆਨਸਰ ਆਏਗਾ ਜੀ ਵੀਡੀਓ। ਬਾਈਨਰੀ ਨੰਬਰ ਸਿਸਟਮ ਦਾ ਆਧਾਰ ਕੀ ਹੈ? ਤਾਂ ਇਹਦਾ ਆਨਸਰ ਆਏਗਾ ਜੀ 2। ਹੇਠਾਂ ਦਿੱਤੇ ਵਿੱਚੋਂ ਕਿਹੜਾ ਸੌਫਟਵੇਅਰ ਦੀ ਉਦਾਹਰਣ ਨਹੀਂ ਹੈ? ਤਾਂ ਇਹਦਾ ਆਨਸਰ ਆਏਗਾ ਜੀ ਲਾਇਬ੍ਰੇਰੀਜ਼। ਨੈਕਸਟ ਹੈ ਇੰਟਰਨੈਟ ਦਾ ਪਿਤਾ ਕੌਣ ਹੈ? ਤਾਂ ਵਿਟਸੀ ਸਰਫ ਇਹਦਾ ਆਨਸਰ ਆਏਗਾ। ਲਾਇਬ੍ਰੇਰੀ ਵਿੱਚੋਂ ਕਿਤਾਬਾਂ ਦੇ ਨੁਕਸਾਨ ਬਾਰੇ ਜਾਣਿਆ ਜਾ ਸਕਦਾ ਹੈ? ਸਟਾਕ ਵੈਰੀਫਿਕੇਸ਼ਨ ਇਹਦਾ ਆਨਸਰ ਆਏਗਾ। ਪ੍ਰਬੰਧਨ ਦੇ ਸਿਧਾਂਤਕਾਰਾਂ ਵਿੱਚੋਂ ਕਿਸ ਨੇ ਕਿਹਾ ਕਿ ਪ੍ਰੇਰਣਾ ਦੀ ਲੋੜ ਇੱਕ ਲੜੀ ਨਾਲ ਸੰਬੰਧਿਤ ਹੈ? ਤਾਂ ਇਹਦਾ ਆਨਸਰ ਆਏਗਾ ਮੈਸਲੋ। ਕਨੈਕਟਿੰਗ ਪੀਪਲ ਐਂਡ ਇਨਫੋਰਮੇਸ਼ਨ ਕਿਸ ਯੂਨੀਅਨ ਦਾ ਟੈਗ ਲਾਈਨ ਹੈ? ਤਾਂ ਇਹਦਾ ਆਨਸਰ ਆਏਗਾ ਜੀ SLA। ਮੈਂਡੇਲਾ ਨੂੰ ਕਿਸ ਸਮੇਂ ਵਿਕਸਿਤ ਕੀਤਾ ਗਿਆ ਸੀ? ਤਾਂ ਇਹਦਾ ਆਨਸਰ ਆਏਗਾ ਜੀ ਐਲਸੀਵੀਅਰ। ਨੈਕਸਟ ਹੈ ਜੀ ਬਗਜ਼ ਇਸ ਨਾਲ ਸੰਬੰਧਿਤ ਹੈ? ਤਾਂ ਪ੍ਰੋਗਰਾਮਿੰਗ ਵਿੱਚ ਗਲਤੀ ਦੇ ਨਾਲ ਰਿਲੇਟਡ। ਨਿਰਪੱਖ ਵਰਤੋਂ ਦੀ ਕਾਨੂੰਨਤਾ ਨਿਰਧਾਰਿਤ ਕਰਨ ਲਈ ਆਦਰਸ਼ ਕੀ ਹੈ? ਇੱਕ ਪੂਰੀ ਕਿਤਾਬ ਦੀ ਫੋਟੋਕਾਪੀ। ਸੈਂਟਰਲ ਸੈਕਟਰੀ ਲਾਇਬ੍ਰੇਰੀ ਦੀ ਸਥਾਪਨਾ ਦਾ ਸਾਲ 1891 ਹੈ। ਸੋਸ਼ਲ ਮੀਡੀਆ ਇੱਕ ਉਦਾਹਰਣ ਨਹੀਂ ਹੈ? तो ये जीमेल आंसर आएगा ਇਹਦਾ। ਆਇਨਸਟੌਕ ਇੱਕ ਹਿੱਸਾ ਹੈ, ਕਿਹਦਾ ਹਿੱਸਾ ਇਹ? CSIR ਦਾ। LIS ਲਈ ਹੇਠਾਂ ਦਿੱਤੇ ਵੈਬ ਸਰੋਤਾਂ ਵਿੱਚੋਂ ਕਿਹੜਾ ਕੈਲੀਫੋਰਨੀਆ ਯੂਨੀਵਰਸਿਟੀ ਦੀਆਂ ਆਦਮਿਕ ਲਾਇਬ੍ਰੇਰੀਆਂ ਦੁਆਰਾ ਸੰਕਲਿਤ ਕੀਤਾ ਗਿਆ ਹੈ? ਤਾਂ ਇਹਦਾ ਆਨਸਰ ਆਏਗਾ ਜੀ ਇਨਫਾਰਮਾਈਨ। ਪੋਸਟੂਲੇਟ ਕੀ ਹੈ? ਤਾਂ ਇਹ ਇੱਕ ਕਿਸੇ ਵਸਤੂ ਦੀ ਸੰਭਾਵਨਾ ਦੇ ਸੰਬੰਧ ਵਿੱਚ ਸਵੈ ਸਾਬਤ ਬਿਆਨ ਹੈ। ਨੈਸ਼ਨਲ ਇਨਫੋਰਮੇਸ਼ਨ ਸਿਸਟਮ ਦੀ ਧਾਰਨਾ ਨੂੰ ਅੱਗੇ ਵਧਾਇਆ ਗਿਆ ਸੀ, ਤਾਂ ਇਹਦਾ ਆਨਸਰ ਆਏਗਾ ਜੀ ਯੂਨੈਸਕੋ। ਨੈਸ਼ਨਲ ਇਨਫੋਰਮੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਸੀ ਯੂਨੈਸਕੋ ਦੇ ਦੁਆਰਾ। NISSAT ਦਾ ਮੁੱਖ ਉਦੇਸ਼ ਸੂਚਨਾ ਵਿਗਿਆਨ ਅਤੇ ਤਕਨਾਲੋਜੀ ਵਿੱਚ R&D ਨੂੰ ਤਰੱਕੀ। NIAAST ਦੀ ਸਥਾਪਨਾ ਲਈ ਯੂਨੈਸਕੋ ਕਮੇਟੀ ਦੀ ਰਿਪੋਰਟ ਕਿਸ ਨੇ ਤਿਆਰ ਕੀਤੀ ਸੀ? ਤਾਂ ਇਹਦਾ ਆਨਸਰ ਆਏਗਾ ਜੀ ਪੀਟਰ ਲੈਜ਼ਰ ਨੇ। ਨੈਸ਼ਨਲ ਐਸੋਸੀਏਸ਼ਨ ਕੈਟਾਲੌਗ ਆਫ ਸਾਇੰਟੀਫਿਕ ਸੀਰੀਅਲ ਇਨ ਇੰਡੀਆ ਇਸ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ, ਤਾਂ ਇਹਦਾ ਆਨਸਰ ਆਏਗਾ ਜੀ ਇੰਡੌਕਸ। INB ਦੀ ਸਹਿਮਤੀ ਕੀ ਹੈ? ਤਾਂ ਇਹਦਾ ਆਨਸਰ ਆਏਗਾ ਜੀ ਮੰਥਲੀ। OPAC ਦਾ ਪੂਰਾ ਰੂਪ ਕੀ ਹੈ? ਤਾਂ ਇਹਦਾ ਆਨਸਰ ਆਏਗਾ ਜੀ ਆਨਲਾਈਨ ਪਬਲਿਕ ਅਸੈਸ ਕੈਟਾਲੌਗ। INSDOC ਭਾਰਤੀ ਰਾਸ਼ਟਰੀ ਵਿਗਿਆਨ ਦਸਤਾਵੇਜ਼ੀ ਕੇਂਦਰ ਦੀ ਸਥਾਪਨਾ ਦਾ ਸਾਲ ਕਿਹੜਾ ਹੈ? ਤਾਂ 1952 ਦਾ ਆਨਸਰ ਆਏਗਾ। ਦਾਵਾ ਲਾਇਬ੍ਰੇਰੀ ਵਿਚਕਾਰ ਸਹਿਯੋਗ ਅਤੇ ਸੰਚਾਰ ਲਈ ਲਾਇਬ੍ਰੇਰੀ ਦੇ ਮਿਆਰ ਜ਼ਰੂਰੀ ਹਨ, ਔਰ ਇਹਦਾ ਜਿਹੜਾ ਤੁਹਾਨੂੰ ਰੀਜ਼ਨ ਦਿੱਤਾ ਹੋਇਆ ਹੈ ਕਿ Z39.50 ਪ੍ਰੋਟੋਕੋਲ ਨੇ ਵਰਗੀਕਰਨ ਅਤੇ ਕੈਟਾਲੌਗਰ ਦੇ ਯਤਨਾਂ ਨੂੰ ਸੀਮਿਤ ਕਰ ਦਿੱਤਾ ਹੈ। ਤਾਂ ਇਹ ਤੁਹਾਡਾ ਅਸਰਸ਼ਨ ਔਰ ਰੀਜ਼ਨਿੰਗ ਦੇ ਨਾਲ ਤੁਹਾਡਾ ਰੀਜ਼ਨ ਦੇ ਨਾਲ ਰਿਲੇਟਡ ਕੁਐਸਚਨ ਹੈ। ਤੁਹਾਨੂੰ ਇੱਕ ਅਸਰਸ਼ਨ ਮਤਲਬ ਦਾਵਾ ਦਿੱਤਾ ਹੋਏਗਾ ਔਰ ਉਹਦਾ ਰੀਜ਼ਨ ਦਿੱਤਾ ਹੋਏਗਾ, ਤਾਂ ਦੋਨਾਂ ਦੇ ਵਿੱਚ ਦੇਖਣਾ ਹੈ ਕਿ ਆਪਸ਼ਨ ਦੇ ਵਿੱਚ ਦੇਖਣਾ ਕਿ ਦੋਨੋਂ ਸਹੀ ਹੈ ਜਾਂ ਦੋਵੇਂ ਗਲਤ ਹੈ। ਠੀਕ ਹੈ ਜੀ, ਜਾਂ ਇਹ ਗਲਤ ਹੈ ਜਾਂ ਤੁਹਾਡਾ ਜਿਹੜਾ ਰੀਜ਼ਨ ਉਹ ਸਹੀ ਹੈ। ਠੀਕ ਹੈ,
तो ਇਹਦੇ ਵਿੱਚ ਦੇਖੋ ਸਾਡਾ ए ऑप्शन आएगा कि ਜਿਹੜੇ ਸਾਡੇ ਦੋਵੇਂ ਸਹੀ ਹੈ, ठीक है, असर्शन और रीजन दोनों सही है। ਨੈਕਸਟ ਸੇਮ ਅਸਰਸ਼ਨ ਔਰ ਰੀਜ਼ਨ ਦੇ ਨਾਲ ਰਿਲੇਟਡ ਹੈ। ਅਸਰਸ਼ਨ ਦਿੱਤੀ ਹੋਈ ਕਿ ਲਾਇਬ੍ਰੇਰੀ ਦੇ ਸਵੈ ਚਾਲਨ ਨੇ 21ਵੀਂ ਸਦੀ ਦੇ ਲਾਇਬ੍ਰੇਰੀਆਂ ਦੇ ਕੰਮ ਦੇ ਬੋਝ ਨੂੰ ਬਹੁਤ ਘਟਾ ਦਿੱਤਾ ਹੈ। ਐਂਡ ਰੀਜ਼ਨ ਦਿੱਤਾ ਹੋਇਆ ਲਾਇਬ੍ਰੇਰੀ ਵਿੱਚ ਅਕਸਰ ਕੀਤੇ ਜਾਣ ਵਾਲੇ ਕੰਮਾਂ ਦਾ ਕੰਪਿਊਟਰੀਕਰਨ ਹੋਣ ਕਾਰਨ ਇਸ ਦਾ ਕੰਮ ਬਹੁਤ ਆਸਾਨ ਹੋ ਗਿਆ ਹੈ ਅਤੇ ਮਨੁੱਖ ਤੇਜ਼ ਹੋ ਗਿਆ ਹੈ, ਜਿਸ ਕਾਰਨ ਲਾਇਬ੍ਰੇਰੀ ਸਟਾਫ ਦੀ ਕੀਮਤੀ ਸਮਾਂ ਵੀ ਬਚਦਾ ਹੈ। तो ਇਹਦਾ ਜਿਹੜਾ ਆਨਸਰ ਆਏਗਾ ਜੀ ए ਅਤੇ आर ਦੋਵੇਂ ਸਹੀ ਹਨ, ਮਤਲਬ ਅਸਰਸ਼ਨ ਔਰ ਰੀਜ਼ਨ ਦੋਵੇਂ ਸਹੀ ਹਨ। ਨੈਕਸਟ ਹੈ ਜੀ ਅਸਰਸ਼ਨ ਤੁਹਾਨੂੰ ਦਿੱਤੀ ਹੋਈ ਦੁਨੀਆ ਦੀਆਂ ਜ਼ਿਆਦਾਤਰ ਸੰਸਥਾਵਾਂ ਆਪਣੀ ਸੰਸਥਾਗਤ ਉਤਪਾਦਕਾਂ ਨੂੰ ਮਾਪਣ ਲਈ ਇੰਪੈਕਟ ਦੀ ਵਰਤੋਂ ਕਰਦੀਆਂ ਹਨ। ਰੀਜ਼ਨ ਇਸ ਚੀਜ਼ ਨਾਲ ਰਿਲੇਟਡ ਹੈ ਕਿ ਇੰਸਪੈਕਟ ਫੈਕਟਰ ਆਧਾਰਿਤ ਜਰਨਲ ਵਿੱਚ ਪ੍ਰਕਾਸ਼ਿਤ ਹਰ ਲੇਖ ਬਰਾਬਰ ਗੁਣਵੱਤਾ ਦਾ ਹੈ। तो ਇਹਦਾ C ऑप्शन आएगा जी कि असर्शन ਤੁਹਾਡਾ ਗਲਤ ਹੈ ਪਰ ਜਿਹੜਾ ਰੀਜ਼ਨ ਹੈ ਉਹ ਸਹੀ ਹੈ। ਨੈਕਸਟ ਹੈ ਜੀ ਅਸਰਸ਼ਨ ਸਲੇਟੀ ਸਾਹਿਤ ਵਿੱਚ ਇਕੱਤਰ ਕੀਤੀ ਜਾਣਕਾਰੀ ਦੀ ਭਰੋਸਾਯੋਗਤਾ ਪ੍ਰਕਾਸ਼ਨ ਦੇ ਸਰੋਤ ਅਤੇ ਪ੍ਰੇਰਣਾ 'ਤੇ ਨਿਰਭਰ ਕਰਦੀ ਹੈ। ਔਰ ਇਹਦਾ ਰੀਜ਼ਨ ਕੀ ਦਿੱਤਾ ਹੈ ਕਿਉਂਕਿ ਸਲੇਟੀ ਸਾਹਿਤ ਦੀ ਵੱਡੀ ਬਹੁਗਿਣਤੀ ਸਵੈ ਪ੍ਰਕਾਸ਼ਿਤ ਹੁੰਦੀ ਹੈ ਅਤੇ ਸਥਾਈ ਅਤੇ ਪੁਰਾਲੇਖ ਮੁੱਲ ਦੀ ਹੁੰਦੀ ਹੈ, ਇਸ ਲਈ ਉਕਤ ਸਮੱਗਰੀ ਦੇ ਭਰੋਸਾ ਕਰਨ ਅਤੇ ਉਸ ਤੋਂ ਹੋਰ ਜਾਣਕਾਰੀ ਲੈਣ ਲਈ ਲੇਖਕ ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੈ। ਤੋ ਇਹਦਾ ਡੀ ਆਪਸ਼ਨ ਆਏਗਾ ਦੋਨੋਂ ਜਿਹੜੇ ਇਹ ਜਿਹੜਾ ਸਹੀ ਹੈ ਲੇਕਿਨ ਰੀਜ਼ਨ ਜਿਹੜਾ ਇਹਦੇ ਵਿੱਚ ਤੁਹਾਡਾ ਗਲਤ ਹੈ। ਅਮਰੀਕਨ ਸੁਸਾਇਟੀ ਫॉर ਇਨਫੋਰਮੇਸ਼ਨ ਸਾਇੰਸ ਐਂਡ ਟੈਕਨੋਲੋਜੀ ਪਹਿਲਾਂ ਕਿਸ ਨਾਲ ਜਾਣੀ ਜਾਂਦੀ ਹੈ? ਤੋ ਇਹਦਾ ਆਨਸਰ ਆਏਗਾ ਜੀ ਅਮਰੀਕੀ ਦਸਤਾਵੇਜ਼ ਇੰਸਟੀਟਿਊਟ। ਐਨਸਾਈਕਲੋਪੀਡੀਆ ਬ੍ਰਿਟੇਨ ਦਾ ਪਹਿਲਾ ਸੰਸਕਰਣ ਕਿੰਨੇ ਭਾਗਾਂ ਵਿੱਚ ਪ੍ਰਕਾਸ਼ਿਤ ਹੋਇਆ? ਤੋ ਇਹਦਾ ਆਨਸਰ ਆਏਗਾ 3। ਮੋਬਾਈਲ ਲਾਇਬ੍ਰੇਰੀ ਸੇਵਾ ਕਿਸ ਸੇਵਾ ਦਾ ਹਿੱਸਾ ਹੈ? ਤੋ ਇਹਦਾ ਆਨਸਰ ਆਏਗਾ ਜੀ ਐਕਸਟੈਂਸ਼ਨ ਸੇਵਾਵਾਂ। ਐਸੋਸੀਏਸ਼ਨ ਆਫ ਕਾਲਜ ਐਂਡ ਰਿਸਰਚ ਲਾਇਬ੍ਰੇਰੀ USA ਕੀ ਹੈ? ਤੋ ਇਹਦਾ ਆਨਸਰ ਆਏਗਾ ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਦਾ ਭਾਗ ਹੈ। ਕੰਡੈਕਟ ਸਿਸਟਮ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ ਪੱਤਰ ਰਸਾਲੇ। ਯੂਨੈਸਕੋ ਨੇ ਕਿਸ ਏਜੰਸੀ ਦਾ ਸਹਿਯੋਗ ਨਾਲ ਯੂਨੀਸਿਸਟ ਦੀ ਸਥਾਪਨਾ ਕੀਤੀ ਸੀ? ਤੋ ਇਹਦਾ ਆਨਸਰ ਆਏਗਾ ਜੀ ICSU। ਮੋਬਾਈਲ ਫੋਨਾਂ ਦੀ ਗੂਗਲ ਦੁਆਰਾ ਵਿਕਸਿਤ ਕੀਤਾ ਗਿਆ ਆਪਰੇਟਿੰਗ ਸਿਸਟਮ ਕਿਹੜਾ ਹੈ? ਤੋ ਇਹਦਾ ਆਨਸਰ ਆਏਗਾ ਜੀ ਐਂਡਰੋਇਡ। ਬਰਾਊਨ ਚਾਰਜਿੰਗ ਸਿਸਟਮ ਕਦੋਂ ਸ਼ੁਰੂ ਕੀਤਾ ਗਿਆ ਸੀ? ਤੋ ਇਹ 1895। FRBR ਮਾਡਲ ਕੀ ਹੈ? ਤੋ ਕੰਮ ਸਮੀਕਰਨ ਮੈਨੀਫੈਸਟੋ ਆਈਟਮ ਇਹਦਾ ਆਨਸਰ ਆਏਗਾ। ਕੈਨਨ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ? ਤੋ ਇਹਦੀ ਜਿਹੜੀ ਸ਼ਬਦ ਦੀ ਵਰਤੋਂ ਹੈ ਸੀਅਰਜ਼ ਨੇ ਕੀਤੀ ਸੀ। ਇੰਡੈਕਸ ਇੰਡੀਆਨਾ ਕਿਸ ਦਾ ਪ੍ਰਕਾਸ਼ਨ ਹੈ? ਤੇ ਇਹਦਾ ਆਨਸਰ ਆਏਗਾ ਸੈਂਟਰਲ ਰੈਫਰੈਂਸ ਲਾਇਬ੍ਰੇਰੀ। ਹੇਠਾਂ ਦਿੱਤੇ ਵਿੱਚੋਂ ਕਿਹੜਾ ਐਗਰੀਜ਼ ਦਾ ਪੂਰਾ ਰੂਪ ਹੈ? ਤੋ ਇੰਟਰਨੈਸ਼ਨਲ ਸਿਸਟਮ ਫॉर ਐਗਰੀਕਲਚਰ ਸਾਇੰਸ ਐਂਡ ਟੈਕਨੋਲੋਜੀ ਇਹਦਾ ਆਨਸਰ ਆਏਗਾ। ਮਾਰਕ ਪ੍ਰੋਗਰਾਮ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ ਸੀ? ਤੋ ਇਹਦਾ ਆਨਸਰ ਆਏਗਾ GLC। ਰਾਸ਼ਟਰੀ ਗਿਆਨ ਕਮਿਸ਼ਨ ਨੂੰ ਕਦੋਂ ਭੰਗ ਕੀਤਾ ਗਿਆ ਸੀ? ਤੋ ਇਹਦਾ ਆਨਸਰ ਆਏਗਾ 2014 ਵਿੱਚ। CC ਵਿੱਚ ਹਾਈਫਨ ਦੀ ਵਰਤੋਂ ਕੀਤੀ ਜਾਂਦੀ ਹੈ, ਤੋ ਇਹਦਾ ਆਨਸਰ ਆਏਗਾ ਜੀ ਸੁਪਰੀਮ ਪੋਜੀਸ਼ਨ ਡਿਵਾਈਸ। ਕਿਸੇ ਕਿਤਾਬ ਦੇ ਟਾਈਟਲ ਪੇਜ ਉੱਤੇ ਦਿੱਤੇ ਗਏ ਸਿਰਲੇਖ ਨੂੰ ਕੀ ਕਿਹਾ ਜਾਂਦਾ ਹੈ? ਤੋ ਇਹਦਾ ਆਨਸਰ ਆਏਗਾ ਜੀ ਰੋ ਟਾਈਟਲ। ਯੂਨੈਸਕੋ ਦੁਆਰਾ ਪਹਿਲਾ ਪਬਲਿਕ ਲਾਇਬ੍ਰੇਰੀ ਘੋਸ਼ਣਾ ਪੱਤਰ ਕਿਸ ਸਾਲ ਜਾਰੀ ਕੀਤਾ ਗਿਆ ਸੀ? ਤੋ ਇਹਦਾ ਆਨਸਰ ਆਏਗਾ ਜੀ 1949 ਦੇ ਵਿੱਚ। ਨੈਕਸਟ ਹੈ ਮੈਲਵਿਲ ਡੀਵੀ ਦਾ ਜਨਮ ਸਥਾਨ ਕਿੱਥੇ ਹੈ? ਤੋ ਇਹਦਾ ਆਨਸਰ ਆਏਗਾ ਜੀ ਐਡਮਜ਼ ਸੈਂਟਰ। ਨੈਕਸਟ ਹੈ ਭਾਰਤ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਐਸੋਸੀਏਸ਼ਨ ਕਿਹੜੀ ਹੈ? ਤੋ ਇਹਦਾ ਆਨਸਰ ਆਏਗਾ ILA। ਕਿਸ ਸਾਲ ਹੰਟਰ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ? 1882 ਦੇ ਵਿੱਚ। ਹੰਟਰ ਕਮਿਸ਼ਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਸਕੂਲ ਅਤੇ ਕਾਲਜ ਲਾਇਬ੍ਰੇਰੀ ਸਥਾਪਨਾ ਤੇ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਪਹਿਲਾ ਚੇਅਰਮੈਨ ਕੌਣ ਸੀ? ਤਾਂ ਡੀ ਦੇਸ਼ਮੁਖ ਇਹਦਾ ਆਨਸਰ ਆਏਗਾ। ਮੁਦਲਿਆਰ ਕਮਿਸ਼ਨ ਵਿਸ਼ੇਸ਼ ਤੌਰ ਤੇ ਕਿਸ ਦੇ ਵਿਕਾਸ ਲਈ ਸਥਾਪਿਤ ਕੀਤਾ ਗਿਆ ਸੀ? ਤਾਂ ਇਹਦਾ ਆਨਸਰ ਆਏਗਾ ਜੀ ਸੈਕੰਡਰੀ ਸਿੱਖਿਆ। ਵਰਕਿੰਗ ਗਰੁੱਪ ਔਨ ਲਾਇਬ੍ਰੇਰੀਆਂ ਕਿਸ ਦੁਆਰਾ ਬਣਾਈ ਗਈ ਸੀ? ਤਾਂ ਇਹਦਾ ਆਨਸਰ ਆਏਗਾ ਯੋਜਨਾ ਕਮਿਸ਼ਨ। ਲਾਇਬ੍ਰੇਰੀ ਇੱਕ ਐਕਸਟੈਂਸ਼ਨ ਸੇਵਾ ਨਹੀਂ ਹੈ, ਤਾਂ ਇਹਦਾ ਆਨਸਰ ਆਏਗਾ ਜੀ ਵਿਭਾਗੀ ਲਾਇਬ੍ਰੇਰੀ। ਨੈਕਸਟ ਹੈ ਜੀ, ਦੇਖ ਲਓ, ਆਸਕ ਪਹੁੰਚ ਹੁਨਰ ਗਿਆਨ ਸਿਧਾਂਤ ਨਾਲ ਸੰਬੰਧਿਤ ਹੈ, ਤਾਂ ਕਿਹੜੇ ਸਿਧਾਂਤ ਨਾਲ ਸੰਬੰਧਿਤ ਹੈ ਇਹ? ਪ੍ਰਬੰਧਨ ਦੇ ਨਾਲ। ਖੋਜ ਵਿਧੀ ਦਾ ਵਿਸ਼ੇ ਦੇ ਗਠਨ ਦੇ ਢੰਗ ਦਾ ਨਤੀਜਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਡਿਸਟੀਲੇਸ਼ਨ। IIA ਸੰਯੁਕਤ ਰਾਜ ਅਮਰੀਕਾ ਵਿੱਚ 1968 ਵਿੱਚ ਸਥਾਪਿਤ ਕੀਤਾ ਗਿਆ ਸੀ, ਤਾਂ ਇਹਦਾ ਆਨਸਰ ਆਏਗਾ ਜੀ ਇੰਸਟੀਚਿਊਟ ਆਫ ਇਨਫੋਰਮੇਸ਼ਨ ਐਸੋਸੀਏਸ਼ਨ। ਵਰਗੀਕਰਨ ਵਿੱਚ BSA ਦਾ ਅਰਥ ਕੀ ਹੈ? ਤਾਂ ਬ੍ਰੌਡ ਸਬਜੈਕਟ ਆਰਡਰਿੰਗ ਇਹਦਾ ਆਨਸਰ ਆਏਗਾ। ਸਿਲੈਕਟਿਵ ਡਿਸਮੀਨੇਸ਼ਨ ਆਫ ਇਨਫੋਰਮੇਸ਼ਨ ਦੀ ਧਾਰਨਾ ਪੇਸ਼ ਕੀਤੀ ਗਈ ਸੀ, ਤਾਂ ਇਹਦਾ ਆਨਸਰ ਆਏਗਾ ਜੀ ਕੂਹਨ ਆਫ IBM। ਰੰਗਨਾਥਨ ਦੁਆਰਾ ਲਾਇਬ੍ਰੇਰੀ ਪ੍ਰਸ਼ਾਸਨ ਪੁਸਤਕ ਪ੍ਰਕਾਸ਼ ਕੀਤੀ ਗਈ ਸੀ, ਤਾਂ ਇਹਦਾ ਆਨਸਰ ਆਏਗਾ ਜੀ 1935। ਹੇਠ ਲਿਖੀਆਂ ਚੀਜ਼ਾਂ ਵਿੱਚੋਂ ਜਿਨ੍ਹਾਂ ਰਾਸ਼ਟਰੀ ਮਹੱਤਵ ਵਾਲੀ ਲਾਇਬ੍ਰੇਰੀ ਨਹੀਂ ਮੰਨਿਆ ਗਿਆ ਉਹ ਹੈਗੇ ਜੀ ਰਾਮਪੁਰ ਰਜ਼ਾ ਲਾਇਬ੍ਰੇਰੀ। ਸ਼ਬਦਕੋਸ਼ ਸ਼ਬਦ ਇਸ ਨਾਲ ਜੁੜਿਆ ਹੋਇਆ ਹੈ, ਤਾਂ ਡਿਕਸ਼ਨਰੀਆਂ ਦਾ ਸੰਕਲਨ ਇਹਦਾ ਆਨਸਰ ਆਏਗਾ। ਪ੍ਰੀ ਪ੍ਰਿੰਟ AN ਹੈ, ਤਾਂ ਇਹਦਾ ਆਨਸਰ ਆਏਗਾ ਜੀ ਦੋਵੇਂ A ਐਂਡ B। ਤਾਂ ਇਹਦਾ ਆਨਸਰ ਜਿਹੜਾ ਹੈਗਾ ਜੀ ਆਪਸ਼ਨ ਦੇ ਵਿੱਚ ਇੱਕ ਕਾਨਫਰੰਸ ਵਿੱਚ ਪੇਸ਼ ਕੀਤੇ ਜਾਣ ਵਾਲੇ ਲੇਖ ਔਰ ਸੈਕਿੰਡ ਜਿਹੜਾ ਹੈਗਾ ਤੁਹਾਡਾ ਕਾਨਫਰੰਸ ਪੇਪਰ ਨੂੰ ਕਾਰਵਾਈ ਵਿੱਚ ਸ਼ਾਮਲ ਕੀਤਾ ਜਾਣਾ ਹੈ। ਨੈਕਸਟ, ਸੰਖਿਆਵਾਂ ਦਾ ਬਾਈਨਰੀ ਸਿਸਟਮ ਸਿਰਫ ਵਰਤਦਾ ਹੈ 2 ਅੰਕ ਵਰਤਦਾ 0 ਐਂਡ 1। ਕੈਨਨ ਆਫ ਕਰੈਕਟਰਿਸਟਿਕਸ ਦਾ ਹਿੱਸਾ ਹਨ ਆਈਡੀਆ ਪਲਾਂਟ। ਜ਼ੀਰੋਗ੍ਰਾਫਿਕ ਪ੍ਰਕਿਰਿਆ ਨੂੰ ਹੇਠ ਸ਼੍ਰੇਣੀਬੱਧ ਕੀਤਾ ਗਿਆ ਹੈ, ਤਾਂ ਇਹਦਾ ਆਨਸਰ ਆਏਗਾ ਰਿਫਲੈਕਸ ਵਿਧੀ। ਸਟੱਡੀ ਅਬਰੋਡ AN ਹੈ, ਤਾਂ ਇਹਦਾ ਆਨਸਰ ਆਏਗਾ ਜੀ ਹੈਂਡਬੁੱਕ। ਨੈਕਸਟ ਹੈ ਯੂਜ਼ਰ ਪ੍ਰੋਫਾਈਲ ਕੀ ਹੈ? ਉਪਭੋਗਤਾ ਜਾਣਕਾਰੀ ਦਾ ਬਿਆਨ ਹੈ। ਫਿਨਿਕਸ ਅਨੁਸੂਚੀ ਦਾ ਹਿੱਸਾ ਹਨ, ਤਾਂ ਇਹਦਾ ਆਨਸਰ ਆਏਗਾ ਜੀ DDC। ਯੂਨੀਵਰਸਲ ਬਿਬਲੀਓਗ੍ਰਾਫੀ ਕੰਟਰੋਲ ਦਾ ਇੱਕ ਪ੍ਰੋਗਰਾਮ ਹੈ, ਤਾਂ ਇਹਦਾ ਆਨਸਰ ਆਏਗਾ ਜੀ IFLA। ਨੈਕਸਟ ਕੁਐਸਚਨ ਹੈ ਇੱਕ ਕੈਟਾਲੌਗ ਕਾਰਡ ਦਾ ਮਿਆਰੀ ਆਕਾਰ ਕੀ ਹੁੰਦਾ ਹੈ? ਤਾਂ 12.5 ਸੈਂਟੀਮੀਟਰ ਗੁਣਾ 7.5 ਸੈਂਟੀਮੀਟਰ ਜਿਹੜੀ ਇਹਦਾ ਆਕਾਰ ਹੁੰਦਾ ਹੈ। ਜਨਰਲ ਵਿੱਤੀ ਨਿਯਮ 2005 ਦੇ ਅਨੁਸਾਰ ਇਸ ਸਾਲ ਵਿੱਚ ਜਾਰੀ ਕੀਤੇ ਗਏ ਪ੍ਰਤੀ 1000 ਵਾਲੀਅਮਾਂ ਦੀ ਕਿੰਨੀ ਮਾਤਰਾ ਸਲਾਹ ਮਸ਼ਵਰਾ ਕੀਤਾ ਗਿਆ ਹੈ ਨੁਕਸਾਨ ਨੂੰ ਵਾਜਬ ਮੰਨਿਆ ਜਾਂਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ 5। ਇੱਕ ਕੈਟਾਲੌਗ ਕਾਰਡ ਦਾ ਮਿਆਰੀ ਆਕਾਰ ਕੀ ਹੈ? 5 ਇੰਚ ਲੈਂਥ ਦੇ ਵਿੱਚ ਔਰ 3 ਇੰਚ ਜਿਹੜੀ ਹੈ ਤੁਹਾਡੀ ਬ੍ਰੈਥ ਦੇ ਵਿੱਚ ਹੈ। ਨੈਕਸਟ ਹੈ RDA ਰਿਲੇਟਡ ਨੂੰ ਕੀ ਬੋਲਦੇ ਸੀ? ਕੈਟਾਲੌਗਿੰਗ। ਹੇਠਾਂ ਦਿੱਤੇ ਵਿੱਚੋਂ ਕਿਹੜਾ ਜਾਣਕਾਰੀ ਦਾ ਤੀਜਾ ਸਰੋਤ ਹੈ? ਤਾਂ ਇਹਦਾ ਆਨਸਰ ਆਏਗਾ ਜੀ ਬਿਬਲੀਓਗ੍ਰਾਫੀ ਆਫ ਬਿਬਲੀਓਗ੍ਰਾਫਿਸ। ਭਾਰਤ ਵਿੱਚ ਉਹਨਾਂ ਰਾਜਾਂ ਦੀ ਗਿਣਤੀ ਹੈ ਜਿਨ੍ਹਾਂ ਨੇ ਅੱਜ ਤੱਕ ਪਬਲਿਕ ਲਾਇਬ੍ਰੇਰੀ ਕਾਨੂੰਨ ਲਾਗੂ ਕੀਤਾ ਹੈ, ਤਾਂ ਉਹਦਾ ਆਨਸਰ ਆਏਗਾ ਜੀ 19। ਬਰਨ ਕਨਵੈਨਸ਼ਨ ਕਿਸ ਨਾਲ ਸੰਬੰਧਿਤ ਹੈ? ਤਾਂ ਕਾਪੀਰਾਈਟਸ ਨਾਲ। ਅਧਿਕ ਵੈਬ ਦਾ ਹਵਾਲਾ ਦਿੰਦਾ ਹੈ, ਤਾਂ ਇਹਦਾ ਆਨਸਰ ਆਏਗਾ ਜੀ ਇੰਟਰਨੈਟ ਦਾ ਉਹ ਹਿੱਸਾ ਜੋ ਖੋਜ ਇੰਜਣਾਂ ਤੋਂ ਲੁਕਿਆ ਹੋਇਆ ਹੈ। ਕਿਸ ਸੰਸਥਾ ਨੇ ਭਾਰਤ ਵਿੱਚ ਰਾਸ਼ਟਰੀ ਪੱਧਰ ਤੇ ਲਾਇਬ੍ਰੇਰੀ ਅਤੇ ਸੂਚਨਾ ਨੀਤੀ ਲਾਗੂ ਕੀਤੀ? ਤਾਂ ਇਹਦਾ ਆਨਸਰ ਆਏਗਾ ਜੀ RRLF। ਬੌਧਿਕ ਸੰਪત્ਤੀ ਅਤੇ ਅਧਿਕਾਰ ਬਾਰੇ 1856 ਵਿੱਚ ਭਾਰਤ ਵਿੱਚ ਲਾਗੂ ਕੀਤਾ ਗਿਆ ਐਕਟ ਇਸ ਉੱਤੇ ਆਧਾਰਿਤ ਸੀ, ਤਾਂ ਇਹਦਾ ਆਨਸਰ ਆਏਗਾ ਜੀ ਬ੍ਰਿਟਿਸ਼ ਪੇਟੈਂਟ ਕਾਨੂੰਨ 1852।
कि बौद्धिक जायदाद बेची जा सकती है, तो इसका आंसर हैगा जी विक्री संभव है। संचार शब्द किस भाषा तो आया, तो ये जिहड़ा लैटीन वर्ड तो आया सी, लातीनी भाषा तो। सूचना समाज शब्द का सिक्का किस देश नूं दिता जाता है, तो इसका आंसर हैगा जी जापान। अज जानकारी नूं हेठ लिखियां विचों किस वजों मन्निया जाता है, तो इसका आंसर आएगा जी डी ऑप्शन उपकरोध सारे। तो दौलत वस्तु उत्पाद ये तीनों ही ये ऑप्शन जेड़े है आंसर है। जानकारी की इकाई की है, तो इसका आंसर आएगा जी बिट। नैक्सट है हुण किसी देश के समाजिक विकास लई सब तो महत्वपूर्ण स्रोत की है, तो इसका आंसर आएगा जी जानकारी। किस भारतीय यूनीवर्सिटी ने सब तो पहला एमलिब एससी ਅਤੇ एमफिल कोर्स शुरू किया, तो दिल्ली यूनीवर्सिटी इसका आंसर आएगा। किस कमीशन ने लाइब्रेरियां के विकास लई कालेज के कुल बजट का 10% सिफारिश की, तो इसका आंसर आएगा जी कोठारी कमेटी। डॉक्टर एस आर रंगनाथन ने लाइब्रेरी विज्ञान के अपने 5 नियम कित्थे रखे हैं, तो इसका आंसर आएगा जी मीनाक्षी कॉलेज अलामलाई नगर। नैक्सट है जी यूनिसिस्ट है एक तरह का एक प्रोग्राम है। केड़ी एसोसीएशन की टैगलाइन जानकारी का प्रबंधन है, तो इसका आंसर आएगा जी ASLIB। केड़ी एसोसीएशन की टैगलाइन है लोकां ते जानकारी नूं जोड़ना, तो इसका आंसर आएगा जी SLA। किस संस्था ने बच्चों ते बालगां दे पढ़न लई सिस्टर लाइब्रेरी की धारणा पेश की सी, तो इसका आंसर आएगा जी IFLA ने। केड़ियां दो संस्थावां सांझे तौर ते डिजिटाइजेशन ਅਤੇ बचाव बारे सर्वेखण प्रकाशित करदियां ਹਨ, तो इसका आंसर हैगा जी IFLA प्लस यूनेस्को। 2002 ਦੇ ਵਿੱਚ ਕਲਿੱਪ ਬਣਾਉਣ ਲਈ ਲਾਇਬ੍ਰੇਰੀ ਐਸੋਸੀਏਸ਼ਨ ਨਾਲ ਕਿਹੜੀ ਸੰਸਥਾ ਸ਼ਾਮਿਲ ਹੋਈ ਸੀ, तो इसका आंसर आएगा जी सूचना विज्ञान संस्था। जनरल इंटरनेशनल वर्गीकरण किसने प्रकाशित किया है, तो इसका आंसर आएगा जी इसको। भारत विच किहड़ी एसोसीएशन LIC विच अध्यापकों को पुरस्कार दिंदी है, तो इसका आंसर आएगा जी आइटलिस। लाइब्रेरी विज्ञान का किहड़ा नियम लाइब्रेरी के विकास नाल संबंधित है, तो इसका आंसर आएगा जी 5वां कानून। स्रोत साझा करन दा एक हिस्सा है लाइब्रेरी सहयोग। लाइब्रेरी तकनोलॉजी रिपोर्ट का प्रकाशन है ALA। एबगिला का एक तिमाही प्रकाशन है इंडियन लाइब्रेरी एसोसीएशन। एक्सटेंशन सेवा दे फार्म, तो इसका आंसर आएगा जी सारे उपकरोध D सारे आएगा इसका आंसर। लाइब्रेरी वैबसाइट आ लाइब्रेरी स्थिति पुस्तक मेला ते प्रदर्शनी। नैक्सट है किताबा की सरीरक स्थिति संपत्ति बनाई रखी जानी चाहिए है, इस वजह जानिया जाता है, तो इसका आंसर आएगा जी कंजरवेशन। किताबा का एक महत्वपूर्ण रिकॉर्ड है जो कि सैल्फ उत्ते किसी भी किताब की स्थिति दर्शाता है, तो किहड़ा रिकॉर्ड है की बोलते हैं उस रिकॉर्ड नूं, सैल्फ सूची। अमरीका विच 3 वड्डियां प्राप्तियां नोट कीतियां गईयां सन, भाव DDC वर्गीकरण योजना, अमरीकन लाइब्रेरी एसोसीएशन का गठन और साल विच लाइब्रेरीशिप के पहले जर्नल का प्रकाशन, तो कदों होया सी 1876 दे विच। लाइब्रेरी दे विचों गुम होईयां किताबां किस राही असीं इहदे बारे जानिया जा सकदा, स्टॉक तस्दीक राही। LA दी लाइब्रेरी एसोसीएशन है ग्रेटा ब्रिटेन। भारत विच हेठ लिखिया लाइब्रेरियां विच सब तो पुरानी लाइब्रेरी केड़ी है, तो नैशनल लाइब्रेरी ऑफ इंडिया कलकत्ता सब तो पुरानी लाइब्रेरी है। भारत विच लाइब्रेरी ਅਤੇ सूचना गतिविधियां विच कंप्यूटर की वरतों करन वाला पहला केंद्र केड़ा है, आइंसडॉक। उपभोक्ता सिक्ख्या 4 अंतर संबंधित खेतरां विच प्रदान की जा सकती है, तो किहड़े खेतर है, उपभोक्ता की जागरूकता, उपभोक्ता अध्ययन, लाइब्रेरी स्थिति और किताबा संबंधी हदायतां। Fair use is the norm for determining the legality of
तो ਇਹਦਾ आंसर आएगा जी फोटोकॉपी ऑफ अ कंप्लीट बुक। नैक्सट है आम तौर पर परंपरागत रूप विच एक लाइब्रेरी एक हवाला सेवा उन्हां पड़ावां द्वारा संसाधित की जाती है जो, तो ਇਹਦਾ आंसर आएगा जी तैयारी सेवा समाई। नैक्सट है डैश एक निरंतर आधार ते नवे हुनर अते योग्यता प्राप्त करने लई एक संस्था विच कर्मचारियों की मदद करने की एक प्रक्रिया है। तो इस प्रक्रिया को असीं की बोलते हैं, कुल गुणवत्ता प्रबंधन। PR का की अर्थ है, तो यदा हैगा जी बौद्धिक संपत्ति का अधिकार। निम्नलिखित तकनीकों विचों किस दे अर्थ विज्ञान वैब आधारित नहीं है, तो इसका आंसर आएगा जी क्लाउड सीडिंग। आर्टिफिशियल इंटैलीजेंस की धारणा डैश नाल संबंधित है, तो इसका आंसर आएगा जी पंजवीं पीढ़ी के कंप्यूटर के नाल। ठीक है जी, 5th जनरेशन ऑफ कंप्यूटर। कंप्यूटर मैमरी नूं डैश विच मापिया जाता है, तो ये किहदे विच मापी जाती है, उत्ते दित्ते ने भी सारे ऑप्शन उह सारियां दे विच बाइट्स, किलोबाइट्स और मैगाबाइट्स। कंप्यूटर प्रोग्रामिंग विच 3 किस्मां दी बुनियादी भाषावां किहड़ियां-किहड़ियां वरतियां जांदियां हन, तो इसदा आंसर आएगा जी मशीन असैंबली अते उच्च पद्धरी भाषावां। CD-ROM कदों तैयार किया और बनाई गई सी, तो 1985 दे विच। स्विचिंग सिस्टम नूं किन्ने तरीकिਆਂ नाल स्थापित किया जाता है, तो इसदा आंसर आएगा जी 3। टैलीफोन नैटवर्क किस किस्म का स्विचिंग सिस्टम है, तो इसदा आंसर आएगा जी सर्किट स्विचिंग। वर्ड प्रोसैसिंग लई हेठ लिखियां विचों किहड़ा सॉफ्टवेयर लाभदायक है, तो इसदा आंसर आएगा जी वर्ड स्टार। नैक्सट क्वेश्चन है निकनेट अते आइडियोनेट किस श्रेणी के नैटवर्क हैं, तो इसदा आंसर आएगा जी वैन। नैक्सट है किहड़ी प्रोग्रामिंग भाषा नहीं है, तो इसदा आंसर आएगा जी ASCII। ISO 9960 किस नाल संबंधित है, तो ये CD-ROM उत्ते डाटा एनकोडिंग लई मियारी उहदे नाल रिलेटेड है। नैक्सट है जी ASCII कोल किन्ने कोड हैं, तो 256 का आंसर आएगा। कच्चे अण मूल्यांकन गैर प्रक्रिया ते गैर संगठित तत्तां नूं किस वजह जानिया जाता है, तो इसदा आंसर आएगा जी डाटा। डैश तो जानकारी प्राप्त सब तो तेज नाल हुंदी है, तो हार्ड डिस्क का आंसर जी। इंटरनेट राही संस्कृत खोज निबंधां तक खुली पहुँच प्रदान करने वाली यूनिवर्सिटी किहड़ी है जी, दिल्ली यूनिवर्सिटी। हेठा दिते विचों किस विच ट्रंकेशन शब्द वरत्या गया है, तो इसदा आंसर आएगा जी खोज फॉर्मूलेशन। CDS-IS विच CD वर्णमाला का अर्थ है कंप्यूटराइज्ड दस्तावेज। इलैक्ट्रॉनिक दूरसंचार प्रणाली लखां कंप्यूटरां नूं इकट्ठे जोड़ती है, तो इसदा आंसर आएगा जी इंटरनेट। हेठ दित्ती कोई सोशल बुक मार्केट साइट नहीं है, तो इसदा आंसर आएगा जी स्किडो। नैक्सट है एक नेटवर्क प्रोटोकॉल नहीं है, तो इसदा आंसर आएगा जी Z39.50। नैक्सट है लोको सॉफ्टवेयर एक अंतरराष्ट्रीय भाईचारे लिए पहलकदमी है, तो इसदा आंसर आएगा जी स्टैनफोर्ड यूनिवर्सिटी। निम्नलिखित विचों अजीब की पछाण करो, तो कोहा इसदा आंसर आएगा। हेठली के विच एक वैब 2 नहीं 0 टूल, तो इसदा आंसर आएगा जी UGC इन्फोनेट 20। हेठा माइक्रो ब्लॉगिंग की एक उदाहरण है, तो इसदा आंसर आएगा जी ट्विटर। अजकल किन्ने प्रकार के प्रोटोकॉल वरते जाते हैं, तो इसदा आंसर आएगा जी 2। नैक्सट है जी पब्लिक डाटा नैटवर्क लई इंटरफेस द्वारा किस किस्म का प्रोटोकॉल वरत्या जाता है, तो इसदा आंसर आएगा जी X25। नैक्सट क्वेश्चन है जिस विच 5 साला योजना विच इनफिलीबलैंड की स्थापना की गई सी, तो वह हैगी जी 7वीं 5 साला योजना। स्रोत साझा करन दा एक हिस्सा है, तो इसदा आंसर आएगा लाइब्रेरी सहयोग। केड़ा एक पूरा टैक्सट ई स्रोत है, तो इसदा आंसर आएगा जी ACS।
ई बिबलियोग्राफी डेटाबेस किहड़ा है, तो इसका आंसर आएगा जी ISID। वर्चुअल स्टैंडर्ड के वक्रे संस्करण नूं अनुकूलित करता है, तो इसका आंसर आएगा जी स्वैमार्क। लाइब्रेरी ਅਤੇ सूचना विज्ञान का जर्नल किहड़ा है, तो इसका आंसर आएगा जी इंटरलेडिंग ਅਤੇ दस्तावेज़ों की सप्लाई। इलैक्ट्रॉनिक लाइब्रेरी की है, तो इसका आंसर आएगा जी एक जर्नल का नाम। छोटियां लाइब्रेरी ਲਈ लाइब्रेरी प्रबंधन सॉफ्टवेयर किहड़े दो हैं, तो इसका आंसर आएगा जी लाइब्रेरी सोल्यूशन ਅਤੇ फ्लेट। APS की है, तो ये एक पूरा टैक्सट ई स्रोत है। नैक्सट है जी लाइब्रेरी ते सूचना विज्ञान जर्नल का नाम किहड़ा है, तो इसका आंसर आएगा जी ASLIB। बुक गाइड नूं शामिल करन वालियां संदर्भ समीक्षावां। प्रश्न वाली एक है, तो इसका आंसर आएगा जी डाटा इकट्ठा करन लई टूल। नैक्सट है डेवी दशमलव वर्गीकरण मनुखी विज्ञान ज्ञान नूं इन्हां विच वंडदा है, तो 10 मूल श्रेणियां दे विच वंडदा है मनुखी ज्ञान नूं। किताब का काल नंबर का मतलब की है, तो A एंड B दोवें सच हैं, तो ये आएगा किताब नंबर और क्लास नंबर। एक्सैशन नंबर का मतलब की है, तो किसी खास लाइब्रेरी के अंदर किसी किताब लिए विलखण नंबर नूं असीं की बोलते हैं, एक्सैशन नंबर। ISSN विच किन्ने अंक होंदे हैं, तो टोटल 8 अंक होंदे हैं इहदे विच। शैल्फ सूची की मुख्य वरतों स्टॉक दसदी, कि आंसर आएगा सही व्यक्ति नूं सही थां ते पोस्ट करना की किया जाता है, भर्ती। TQM निरंतर सुधार की एक प्रणाली है जो भागीदारी प्रबंधन नूं रोजगार दिंदी अते डैश दीआं लोड़ां ते केंद्रित है, तो इसका आंसर आएगा जी संगठन। लाइब्रेरियां नूं दित्ती जाण वाली वित्ती सहायता दो तरह की हुंदी है, तो इसका आंसर आएगा जी इंडोमेंट, रैकरिंग और इंडोमेंट। नैक्सट है जी वध तो वध कुल लाभ सिद्धांत इस नाल संबंधित है लाइब्रेरी सेवा दे नाल। फंडां दी वंड लई कंमकाजी डाटा वजों लाइब्रेरियां लई खर्चे दीआं चीज़ां नूं लैंदा है लाइब्रेरी बजट। एक बजट जो मुख्य तौर पर मौजूदा मालीए ते खर्चियां दीआं चीज़ां नूं कवर करदा उहनूं की बोलदे असीं, तो उहनूं असीं पूंजी बजट बोलते हैं। किसी यूनीवर्सिटी अते दा लाइब्रेरी बजट किस द्वारा पास किया जाता है, तो कार्यकारी कौंसल द्वारा। फंड अकाउंटिंग विच फंड की वरतों होर उद्देशां लई नहीं की जा सकती, तो किहड़े उद्देशां लई नहीं की जा सकती, रैकरिंग। नैक्सट है वित्ती लैण देण की जांच नूं की किया जाता, ऑडिटिंग। लाइब्रेरी की सालाना रिपोर्ट के दो भाग हैं, वर्णनयोग अते अंकड़ात्मक। रजिस्ट्रेशन रजिस्टर विच किन्ने कालम हैं, तो इसका आंसर आएगा जी 14। WBPS विच नाल संबंधित है बजट। जीरो आधारित बजट नाल संबंधित है, किस नाल संबंधित है, भविख दे नाल। PERT दी एक होर म्याद है, तो इसका आंसर आएगा जी CPM। पोस्ट कॉव नाल संबंधित है लाइब्रेरी प्रशासन। एक्सेशन रजिस्टर्ड का म्यारी आकार की है, तो इसका जिहड़ा हैगा जी 16-13 इंच। नैक्सट है जी एक चंगी लाइब्रेरी इमारत लाइब्रेरियन का नतीजा की है, तो इसका आंसर आएगा जी आर्कीटैक्ट। नैक्सट है डैश एक लाइब्रेरी विच रखे वख-वख किस्मां दे दस्तावेज़ां लई स्टोरेज खेतर हैं, तो इसका आंसर आएगा जी स्टैक्स। स्टडी कैरल आर एक्सक्लूसिव एरियाज मींट फॉर रिसर्चर्स। लाइब्रेरी कैटलॉग कार्ड विशेष तौर पर डिज़ाइन किए दराजां विच फाइल किए जाते हैं, जिन्होंने कहा जाता है कैटलॉग कैबिनेट। जानकारी गेटकीपर स्रोतां दे अधीन आउंदे हैं, तो किहड़े स्रोतां दे अधीन आउंदे हैं, दस्तावेजी। डैश एक कानूनी दस्तावेज है अते इसनूं उद्योगिक जानकारी दे स्रोत वजों वरतिया जाता है, तो इसका आंसर आएगा जी निर्धारण, स्पैसीफिकेशन। नैक्सट है जी एनसाइक्लोपीडिया ब्रिटानिका विच डैश
ਮੈਕਰੋਪੀਡੀਆ ਲਈ ਇੱਕ ਸੂਚਕ ਵਜੋਂ ਕੰਮ ਕਰਦਾ ਹੈ। तो ਇਹਦਾ ਆਨਸਰ ਹੈਗਾ ਜੀ ਮਾਈਕਰੋਪੀਡੀਆ। ਨੈਕਸਟ ਹੈ ਕਿਤਾਬ ਚੋਣ ਦੇ ਸਿਧਾਂਤਾਂ ਵਿੱਚੋਂ ਇੱਕ ਕਹਿੰਦਾ ਹੈ ਕਿ ਲਾਗਤ ਦੇ ਸਭ ਤੋਂ ਵੱਡੀ ਗਿਣਤੀ ਲਈ ਸਭ ਤੋਂ ਵਧੀਆ ਪੜ੍ਹਨਾ। तो ਇਹਦਾ ਆਨਸਰ ਹੈਗਾ ਜੀ ਘੱਟ ਤੋਂ ਘੱਟ। ਖਰੀਦਿਆ ਲਈ ਗਈਆਂ ਕਿਤਾਬਾਂ ਦੀ ਅਦਾਇਗੀ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। तो ਇਹਦਾ ਆਨਸਰ ਹੈਗਾ ਜੀ ਅਸੈਸਨਿੰਗ। ਇੱਕ ਐਕਸੇਸ਼ਨ ਰਜਿਸਟਰਡ ਦਾ ਮਿਆਰੀ ਆਕਾਰ ਕੀ ਹੈ? तो 16x13। ਤਕਨੀਕੀ ਭਾਗ ਮੁੱਖ ਤੌਰ ਤੇ ਦੋ ਕਾਰਜ ਕਰਦਾ ਹੈ, ਅਰਥਾਤ ਵਰਗੀਕਰਨ ਔਰ ਕੈਟਾਲੌਗਿੰਗ। ਉਪਭੋਗਤਾਵਾਂ ਤੋਂ ਕਿਤਾਬਾਂ ਵਾਪਸ ਪ੍ਰਾਪਤ ਕਰਨਾ ਅਤੇ ਉਧਾਰ ਲੈਣ ਵਾਲੇ ਦੀ ਟਿਕਟ ਜਾਰੀ ਕਰਨ ਨੂੰ ਕੀ ਕਿਹਾ ਜਾਂਦਾ ਹੈ? तो ਡਿਸਚਾਰਜ। ਲਾਇਬ੍ਰੇਰੀ ਵਿੱਚ ਦਾਖਲ ਹੋਣ ਸਮੇਂ ਇੱਕ ਪਾਠਕ ਦਾ ਨਿੱਜੀ ਸਮਾਨ ਡੈਸ਼ ਵਿੱਚ ਰੱਖਿਆ ਜਾਂਦਾ ਹੈ। तो ਇਹਦਾ ਆਨਸਰ ਹੈਗਾ ਜੀ ਜਾਇਦਾਦ ਕਾਊਂਟਰ ਦੇ ਵਿੱਚ। ਪਾਠਕਾਂ ਦੁਆਰਾ ਅਲਮਾਰੀਆਂ 'ਤੇ ਪਈਆਂ ਕਿਤਾਬਾਂ ਨੂੰ ਮੁੜ ਬਹਾਲ ਕੀਤਾ ਜਾਂਦਾ ਹੈ। तो ਇਹਦਾ ਇਸ ਕੰਮ ਨੂੰ ਕੀ ਕਿਹਾ ਜਾਂਦਾ ਹੈ? ਸ਼ੈਲਫ ਸੁਧਾਰ। ਨੈਕਸਟ ਹੈ ਜੀ ਲਾਇਬ੍ਰੇਰੀ ਬਾਈਂਡਿੰਗ ਦਾ ਉਦੇਸ਼ ਲਾਇਬ੍ਰੇਰੀ ਸਮੱਗਰੀ ਦਾ ਡੈਸ਼ ਹੈ ਵੀਡਿੰਗ। ਨੈਕਸਟ ਹੈ ਬਾਈਂਡਿੰਗ ਪ੍ਰਕਿਰਿਆ ਦੇ ਪਹਿਲੇ ਪੜਾਅ ਵਿੱਚ ਵਾਲੀਅਮ ਦੇ ਸਾਰੇ ਹਿੱਸੇ ਦੇ ਪੰਨੇ ਸਹੀ ਤਰ੍ਹਾਂ ਪ੍ਰਬੰਧ ਕੀਤੇ ਗਏ, ਜਿਸ ਨੂੰ ਕਿਹਾ ਜਾਂਦਾ ਹੈ ਕੋਲੇਸ਼ਨ। ਕਿਸੇ ਕਿਤਾਬ ਦੇ ਪਾਠ ਤੋਂ ਪਹਿਲਾਂ ਅਤੇ ਬਾਅਦ ਦੀਆਂ ਸ਼ੀਟਾਂ ਨੂੰ ਕੀ ਕਿਹਾ ਜਾਂਦਾ ਹੈ? ਅੰਤ ਦੇ ਪੇਪਰ। ਚਮੜੇ ਨੂੰ ਬਾਈਂਡਿੰਗ ਸਮੱਗਰੀ ਵਿੱਚੋਂ ਇੱਕ ਵਜੋਂ ਵਰਤਿਆ ਜਾ ਰਿਹਾ ਹੈ, ਭਾਵ ਡੈਸ਼ ਸਭ ਤੋਂ ਮਜ਼ਬੂਤ ਚਮੜਾ ਹੈ। तो ਇਹਦਾ ਆਨਸਰ ਆਏਗਾ ਜੀ ਸ਼ਿਪ ਸਕਿਨ। ਡੈਸ਼ ਨੇ ਲਾਇਬ੍ਰੇਰੀ ਬਾਈਂਡਿੰਗ ਲਈ ਕੁਝ ਮਾਪਦੰਡ ਨਿਰਧਾਰਿਤ ਕੀਤੇ ਹਨ। तो ਇਹਦਾ ਆਨਸਰ ਆਏਗਾ ਜੀ ALA। ਪ੍ਰਦਾਨ ਕਰਨ ਦੀ ਇੱਕ ਕੁਸ਼ਲ ਵਿਧੀ ਦਾ ਮਤਲਬ ਹੈ ਵਿਧੀ ਅਤੇ ਢਾਂਚਾਗਤ ਤੱਤ ਸਟ੍ਰੀਮਲਾਈਨ ਸੰਗਠਨਾਤਮਕ ਕੰਮ ਨੂੰ ਵਜੋਂ ਜਾਣਿਆ ਜਾਂਦਾ ਹੈ। तो ਇਹਦਾ ਆਨਸਰ ਆਏਗਾ ਜੀ ਰਣਨੀਤਕ ਯੋਜਨਾਬੰਦੀ। ਕਲਕੱਤਾ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਹੈ 19ਵੀਂ ਸਦੀ। ਬਜਟ ਬਣਾਉਣ ਅਤੀਤ ਵਿੱਚ ਜੋ ਕੁਝ ਹੋਇਆ ਉਸ ਨੂੰ ਧਿਆਨ ਵਿੱਚ ਨਹੀਂ ਰੱਖਦਾ ਪਰ ਮੌਜੂਦਾ ਗਤੀਵਿਧੀਆਂ ਜ਼ੋਰ ਦਿੰਦਾ ਹੈ। तो ਇਹਨੂੰ ਅਸੀਂ ਕੀ ਬੋਲਦੇ ਹਾਂ? ਪਰਫਾਰਮੈਂਸ। ਕਿਸੇ ਯੂਨੀਵਰਸਿਟੀ ਦਾ ਲਾਇਬ੍ਰੇਰੀ ਬਜਟ ਵਿੱਚ ਕਿਸ ਦੁਆਰਾ ਪਾਸ ਕੀਤਾ ਜਾਂਦਾ ਹੈ? तो ਕਾਰਜਕਾਰੀ ਕੌਂਸਲ ਦੁਆਰਾ। ਫੰਡ ਅਕਾਊਂਟਿੰਗ ਵਿੱਚ ਡੈਸ਼ ਫੰਡ ਦੀ ਵਰਤੋਂ ਹੋਰ ਉਦੇਸ਼ਾਂ ਲਈ ਨਹੀਂ ਕੀਤੀ ਜਾ ਸਕਦੀ। तो ਇਹਦਾ ਆਨਸਰ ਆਏਗਾ ਜੀ ਰੈਕਰਿੰਗ। ਵਿੱਤੀ ਲੈਣ ਦੇਣ ਦੀ ਜਾਂਚ ਨੂੰ ਕੀ ਕਿਹਾ ਜਾਂਦਾ ਹੈ? तो ਇਹਦਾ ਆਨਸਰ ਆਏਗਾ ਜੀ ਆਡਿਟਿੰਗ। ਡੈਸ਼ ਸਰਕੂਲੇਸ਼ਨ ਸੈਕਸ਼ਨ ਦੇ ਰਿਕਾਰਡਾਂ ਵਿੱਚੋਂ ਇੱਕ ਹੈ। तो ਇਹਦਾ ਆਨਸਰ ਆਏਗਾ ਜੀ ਅਸੈਸ਼ਨ ਰਜਿਸਟਰਡ। ਲਾਇਬ੍ਰੇਰੀ ਸੇਵਾ ਵਿੱਚ ਮਾਰਕੀਟਿੰਗ ਸੰਕਲਪਾਂ ਵੀ ਸ਼ਾਮਲ ਹਨ। तो ਇਹਦਾ ਆਨਸਰ ਆਏਗਾ ਜੀ ਇਸ਼ਤਿਹਾਰਬਾਜ਼ੀ, ਯੋਜਨਾਬੰਦੀ, ਵਿਸ਼ਲੇਸ਼ਣ ਅਤੇ ਨਿਯੰਤਰਣ ਹੈਗਾ ਆ। ISBN 10 ਅੰਕ ਤੋਂ 13 ਅੰਕਾਂ ਦਾ ਕਿਸ ਸਾਲ ਕੀਤਾ ਗਿਆ ਸੀ? तो ਇਹਦਾ ਆਨਸਰ ਆਏਗਾ 1 ਜਨਵਰੀ 2007। ਨੈਕਸਟ ਹੈ ਜੀ ਕਿਸ ਵਰਗੀਕਰਨ ਵਿਧੀ ਵਿੱਚ ਰਿਲੇਟਿਵ ਇੰਡੈਕਸ ਵਰਤਿਆ ਜਾਂਦਾ ਹੈ? तो ਇਹਦਾ ਆਨਸਰ ਆਏਗਾ DDC। ਨੈਕਸਟ ਕੁਐਸਚਨ ਹੈ ਦੋ ਜਾਂ ਦੋ ਤੋਂ ਵਧੇਰੇ ਪੱਖ ਵਿਚਕਾਰ ਸੰਬੰਧਾਂ ਦਾ ਅਧਿਐਨ ਕੀ ਕਹਾਵਤ ਹੈ? तो ਇਹਦਾ ਆਨਸਰ ਆਏਗਾ ਜੀ ਅੰਤਰ ਪਹਿਲੂ ਅਤੇ ਪੜਾਅ ਸੰਬੰਧ। ਨੈਕਸਟ ਹੈ ਜੀ CCF ਦੁਆਰਾ ਵਿਕਸਿਤ ਕੀਤਾ ਗਿਆ ਸੀ। तो ਇਹ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ? ਇਹ UNESCO ਦੁਆਰਾ ਸੀ ਵਿਕਸਿਤ ਕੀਤਾ ਗਿਆ। ਫਿਫਥ ਕੁਐਸਚਨ ਤੁਹਾਡਾ ਹੈਗਾ ਸਭ ਤੋਂ ਪਹਿਲਾ ਸੰਗਠਿਤ ਕੰਪਿਊਟਰਾਈਜ਼ਡ ਇੰਡੈਕਸਿੰਗ ਕੌਣ ਸੀ? तो ਇਹਦਾ ਆਏਗਾ ਜੀ HP ਲੁਹਾਨ। ਨੈਕਸਟ ਹੈ ਜੀ ਇਨਫਲਿਬਨੈਟ UGC ਦੁਆਰਾ ਵਿਕਸਿਤ ਨੈਟਵਰਕਿੰਗ ਦੀ ਸਥਾਪਨਾ ਕਿਸ ਵਿੱਚ ਕੀਤੀ ਗਈ ਸੀ? तो ਇਹ ਜਿਹੜਾ ਆਏਗਾ 1988 ਵਿੱਚ ਅਹਿਮਦਾਬਾਦ ਵਿੱਚ ਕੀਤੀ ਗਈ ਸੀ। ਨੈਕਸਟ ਹੈ 7th ਕੁਐਸਚਨ ਇੰਟਰਨੈਟ ਕਿਸ ਦੇਸ਼ ਵਿੱਚ ਵਿਕਸਿਤ ਕੀਤਾ ਗਿਆ ਸੀ? तो ਇੰਟਰਨੈਟ ਅਮਰੀਕਾ, ਠੀਕ ਹੈ ਜੀ, ਰੱਖਿਆ ਵਿਭਾਗ ਦੁਆਰਾ ਜਿਹੜਾ ਸੀ ਵਿਕਸਿਤ ਕੀਤਾ ਗਿਆ ਸੀ। ਨੈਕਸਟ ਕੁਐਸਚਨ ਤੁਹਾਡਾ ਹੈਗਾ ਆ INS DOC ਦੀ ਸਥਾਪਨਾ ਕਿਸ ਸਾਲ ਹੋਈ ਸੀ? तो ਇਹ 1952 ਦੇ ਵਿੱਚ ਹੋਈ ਸੀ ਇਹਦੀ ਸਥਾਪਨਾ। ਨੈਕਸਟ ਹੈ UNESCO ਦੀ ਸਥਾਪਨਾ ਵਿੱਚ ਕਦੋਂ ਹੋਈ ਸੀ? तो 1946 ਦੇ ਵਿੱਚ UNESCO ਦੀ ਸਥਾਪਨਾ ਹੋਈ ਸੀ। 10ਵਾਂ ਕੁਐਸਚਨ ਹੈ ਜੀ ਤੁਹਾਡਾ ਦਸਤਾਵੇਜ਼ਾਂ ਲਈ ਇੰਟਰਨੈਸ਼ਨਲ ਫੈਡਰੇਸ਼ਨ ਦੀ ਸਥਾਪਨਾ ਵਿੱਚ
किस साल ਦੇ ਵਿੱਚ ਕੀਤੀ गई सी? तो 1895 ਦੇ ਵਿੱਚ ਜਿਹੜੀ ਸੀ FID ਦੀ ਸਥਾਪਨਾ ਜਿਹੜੀ ਕੀਤੀ ਗਈ ਸੀ। ਨੈਕਸਟ ਹੈ ਜੀ ਭਾਰਤੀ ਵਿਗਿਆਨ ਐਬਸਟਰੈਕਟਸ किस ने प्रकाशित किए? तो ਜਿਹੜੇ ਭਾਰਤੀ ਵਿਗਿਆਨ ਐਬਸਟਰੈਕਟਸ है CSIR ने प्रकाशित किए सी। नेक्स्ट क्वेश्चन है जी CDS और ISIS पैकेज द्वारा विकसित किया गया सी। तो ये किस द्वारा विकसित किया गया सी? यूनेस्को द्वारा। नैक्सट है जी हेठ लिखियां विचों किहड़ा नैटवर्क विद्यक उद्देश्यों लई नहीं है? तो इसका आंसर आएगा जी NIC नेट, ठीक है जी, निक नेट या। नैक्सट है जी प्राइमरी दस्तावेज किहड़ा है? तो इसका आंसर आएगा जी खोज रिपोर्ट। नैक्सट क्वेश्चन हैगा आ एनसाइक्लोपीडिया अमरीकना किन्ने भागां विच उपलब्ध है? तो इसका आंसर आएगा जी 30 भागां दे विच। नैक्सट है जी विश्व रिकॉर्ड दी GUI बुक किस तो प्रकाशित हुई है? तो ये आंसर आएगा जी इसका न्यूयॉर्क। नैक्सट है जी UGC विज्ञान सूचना केंद्र कित्थे स्थित है? तो इसका आंसर आएगा जी बेंगलोर। नैक्सट है भारत की मैडिकल लाइब्रेरी कित्थे स्थित है? तो इसका आंसर आएगा जी नवी दिल्ली। नैक्सट क्वेश्चन है भारत विच कंप्यूटर की पहली बार वरतों किस साल की गई सी? तो 1960 इसका आंसर आएगा। नैक्सट क्वेश्चन है जी शब्दकोश नूं पूरा करन वाले व्यक्ति नूं इस तरह जानिया जाता है? तो उन्होंने असीं की बोलते हैं जी कोशकार। नैक्सट है जी किहड़ा लाइब्रेरी सॉफ्टवेयर नहीं है? तो MS DOS जिहड़ा आ वो लाइब्रेरी सॉफ्टवेयर नहीं है। नैक्सट है जी OCLC किस देश में स्थित है? तो इसका आंसर आएगा जी अमरीका। ऑइन फिलामेंट दा मुख दफ्तर कित्थे है? तो इसका आंसर आएगा जी अहमदाबाद। इनपुट डिवाइस केड़ा है? तो इसका आंसर आएगा जी माउस। नैक्सट है जी ILA दा पूरा रूप की है? तो इसका आंसर आएगा जी इंडियन लाइब्रेरी एसोसीएशन। नैशनल साइंस लाइब्रेरी कित्थे स्थित है? तो इसका आंसर आएगा नवी दिल्ली। ISA का अर्थ है तो इंफॉर्मेशन साइंस एसोसीएशन, जिहड़ी ISA की फुल फॉर्म है। नैक्सट है सब तो पुरानी राष्ट्रीय पद्धर की एसोसीएशन केड़ी है? तो इसका आंसर आएगा जी ALA, जिहदी फुल फॉर्म है अमेरिकन लाइब्रेरी एसोसीएशन। नैक्सट है जी केड़ी एसोसीएशन मार्क 1 प्रोजैक्ट शुरू कर रही है? तो इसका आंसर आएगा जी LC। नैक्सट है जी लाइब्रेरी अते सूचना विज्ञान का विश्वकोश द्वारा प्रकाशित किया गया है मार्सेल डेकर। 31st क्वेश्चन है जानकारी का सैकेंडरी स्रोत शामिल है? तो केड़ा स्रोत है जी वो? इंडैक्सिंग अते एब्सट्रैक्टिंग अखबार। नैक्सट है जी किसने जानकारी स्रोतां नूं परंपरागत गैर रवायती नव रवायती अते माइक्रो दस्तावेजां विच श्रेणीबद्ध किया? तो इसका आंसर आएगा जी रंगनाथन। नैक्सट है खोज जनरल विच प्रकाशित लेख है प्राइमरी स्रोत इसका आंसर आएगा। नैक्सट क्वेश्चन है थीसोरस की है? तो ये उपरोक्त सारे इसका आंसर आएगा कि थीसोरस जिहड़ा चुनिया गई परिभाषा का संग्रह है, समान अर्थी शब्द और शब्दों की सूची। ठीक है जी, ये तीनों चीज़ां जिहड़ियां थीसोरस दे विच आउंदियां। दैन है पेटेंट की है? तो पेटेंट जिहड़ा हैगा आ खोजकर्ता ते सरकार विचकार एक समझौता है। ठीक है जी। नैक्सट है सीखण दा शब्द जानकारी किहड़ा स्रोत है? तो सैकेंडरी स्रोत है। नैक्सट है जी भारती किताबां कित्थे छपियां हन? तो इसका आंसर आएगा जी नवी दिल्ली। संचित पुस्तक सूचकांक किस तो प्रकाशित होया है? तो इसका आंसर आएगा अमरीका। राजनेता दी ईयर बुक किस तो प्रकाशित हुई? तो इसका आंसर आएगा जी लंडन, मैकमिलन और सलाना। नैक्सट है जी सीखण दे शब्द द्वारा प्रकाशित किया गया है? तो जिहड़ा सीखण दा शब्द है किस तो प्रकाशित किया गया? यूरोपा प्रकाशन तो। नैक्सट है जी लाइब्रेरी हैराल्ड दा संपादक कौन है? तो इसका आंसर आएगा जी कृष्ण कुमार। किसने मासिक जर्नल द लाइब्रेरी वर्ल्ड प्रकाशित किया है? तो JD ब्राउन, इसका आंसर आएगा। फाइल दे तत्थ एक हफ्तावारी डाइजेस्ट है? तो इसका आंसर आएगा जी विश्व घटनावां।
मॉडर्न लाइब्रेरी का पहला संपादक कौन है? तो इसका आंसर आएगा जी एफ मॉनब्रेरी वॉल्टे। नैक्सट है जी भारतीय राष्ट्रीय बिबलीओग्राफिकल पहली वार विच प्रगट होया, तो कदों प्रगट होया सी? 1957 दे विच। ईयर बुक नूं होर की किया जाता है? तो इनू असी हैंड बुक भी बोलते हैं, सॉरी इनू असी सालाना या पंचिका बोलते हैं। नैक्सट है जी भारत की है एक हवाला सालाना, ठीक है जी, तो यदि आंसर आएगा जी साल दी किताब। ट्रेड बिबलीओग्राफी की है? तो यदा आंसर आएगा जी प्रकाशक द्वारा संकलित छापियां या विक्री लई किताबां दी सूची नूं असीं की बोलते हैं? ट्रेड बिबलीओग्राफी। नैक्सट है INIS एटम इंडैक्स कौन प्रकाशित करता है? तो इसका आंसर आएगा जी INIS वियना। नैक्सट है जी ई दस्तावेज का अर्थ की है? तो इसका आंसर आएगा जी इलैक्ट्रॉनिक रूप विच जिमें कि कैसटां CD रोम आदि। नैक्सट है जी हेठां दिते विचों किहड़े दस्तावेज नहीं हैं? तो इन्हां दा आंसर आएगा जी शिलालेख। नैक्सट है आम तौर पर जानकारी के स्रोतां नूं मुख तौर पर हेठ लिखियां श्रेणियां विच वंडिया जाता है, तो किहड़ियां श्रेणियां विच वंडिया जाता है? दस्तावेजी अते गैर दस्तावेजी। नैक्सट है जी गैर दस्तावेजी स्रोत की है? जो कि प्रिंट रूप विच नहीं है, उन्होंने असीं की बोलते हैं? गैर दस्तावेजी स्रोत। नैक्सट है अज किस किस्म के जानकारी स्रोत सब तो वध उपयोगी हैं? तो इसका आंसर आएगा जी गैर दस्तावेजी स्रोत। कवर टू कवर अनुवाद नूं की मन्निया जाता है? तो इनू असीं की मानते हैं? मौजूदा जागरूकता सेवावां। किसी खास स्थान ते जानकारी लई उचित संदर्भ स्रोत की हैं? तो इसका आंसर आएगा जी गज़टियर। तुसी नक्शे टेबल चार्ट आदि दे संग्रह नूं की कहंदे हो? तो इसका आंसर आएगा जी एटलस। एनसाइक्लोपीडिया अमेरिकाना विच शामिल हैं? तो ये 30 खंडा विच शामिल है जी, ठीक है जी। हेठां दिते विचों किहड़े सैकेंडरी स्रोत नहीं हैं? तो इसका आंसर आएगा जी थीसिस। नैक्सट है सीखण दी दुनिया की है? तो इसका आंसर आएगा जी डायरैक्टरी। नैक्सट क्वेश्चन हैगा INB दी बारंबारता की है? तो इसका आंसर आएगा जी महीनावार। नैक्सट है जी फाइल ते तत्थ है? तो इसका आंसर आएगा जी फाइल के तत्थ हैं जिहड़े हफ्तावारी सूची है जी, ठीक है जी। नैक्सट है जी वर्ल्ड वाइड वैब नूं सब तो पहला द्वारा डिज़ाइन किया गया सी? तो किस द्वारा डिज़ाइन किया गया सी? टिम बर्नर्स ली द्वारा। नैक्सट है कंप्यूटर की किहड़ी पीढ़ी एकत्रित सर्किटां की वरतों करती है? तो आंसर आएगा जी तीजी, ठीक है जी। थर्ड जिहड़ी जनरेशन है उहदे विच सर्किट्स नूं इंटीग्रेटेड सर्किट्स नूं यूज़ किया जाता है। नैक्सट है जी आर्टिफिशियल इंटैलीजेंस की धारना किस साल नाल संबंधित है? तो 5वीं पीढ़ी के कंप्यूटर्स दे नाल, ठीक है जी। 5th जनरेशन जिहड़ी बोल दिंदे आपां कंप्यूटर की। नैक्सट है कंप्यूटर मैमोरी नूं किस विच मापिया जाता है? तो इहदे विच क्रॉस सारे आएगा कि बाइट्स, किलोबाइट्स और मैगाबाइट्स, इन्हां दे विच असीं जिहड़ी कंप्यूटर मैमोरी नूं जिहड़ा है कि मापते हैं। शब्द साइबर प्रेस पहली बार द्वारा वरत्या गया सी? तो किस द्वारा पहली बार वरत्या गया सी? विलियम गिब्सन द्वारा। नैक्सट है जी हाई परटैक्सट शब्द किस द्वारा तैयार किया गया है? तो ये टैड नैल्सन द्वारा तैयार किया गया है। नैक्सट है जी कंप्यूटर प्रोग्रामिंग विच 3 किस्मां दीयां बुनियादी भाषावां किहड़ियां वरतियां जांदियां हन? तो किहड़ी है जी? इहदे विच मशीन असैंबली अते उच्च पद्धरी भाषावां, ठीक है जी। ये 3 किस्मां जिहड़ियां असीं कंप्यूटर दे विच यूज़ करते हैं। नैक्सट है जी CD रोम कदों तैयार अते बनाई गई सी? तो 1985 दे विच जिहड़ी CD रोम जिहड़ी है बनाई गई सी। वर्ड प्रोसैसिंग लई हेठ लिखियां विचों किहड़ा सॉफ्टवेयर उपयोगी है? तो वर्ड स्टार, ठीक है जी। वर्ड प्रोसैसिंग लई किहड़ा जिहड़ा सॉफ्टवेयर है? वर्ड स्टार। NIC नैट अते इन्फोनैट किस श्रेणी का नैटवर्क हैं? तो ये जिहड़े हैं वैन दे आ, ठीक है जी। 3 तरह के नैटवर्क होंदे, लैन मैन वैन, और ये दोनों जिहड़े आ तुहाडी किस कैटेगरी दे विच आउंदे? वैन दे विच आउंदे।
विश्लेषणात्मक इंजन किसने तैयार किया सी? तो चार्ल्स बेबेज ने। कैलकुलेटिंग मशीन किस द्वारा विकसित गई सी? तो इसका आंसर आएगा जी पास्कल द्वारा। की ENIAS का की अर्थ है? तो इसका आंसर आएगा जी इलैक्ट्रॉनिक संख्यात्मक इंटीग्रेटर ते कैलकुलेटर। नैक्सट है जी ISO 9960 किस नाल संबंधित है? CD-ROM ते डाटा इनकोडिंग लई म्यारी दे नाल रिलेटेड है। नैक्सट है जी इंटरनेट शुरू विच अमरीका दे विभाग किस विभाग द्वारा विकसित किया गया सी? तो यह रखिया विभाग द्वारा जिहड़ा है विकसित किया गया सी। नैक्सट है जी नैशनल साइंस लाइब्रेरी कित्थे स्थित है? तो ये जिहड़ी हैगी है दिल्ली दे विच NICAIR दे तौर ते जिहड़ी हैगी है नैशनल साइंस जिहड़ी तुहाडी लाइब्रेरी वो दिल्ली दे विच स्थित है। नैक्सट है यूनैस्को संयुक्त राष्ट्र विद्यक विज्ञान ਅਤੇ ਸੱਭਿਆਚਾਰਕ संगठन की स्थापना कदों हुई सी? तो 1946 ਦੇ ਵਿੱਚ ਜਿਹੜੀ ਸੀ ਇਹਦੀ ਹੋਈ ਸੀ ਸਥਾਪਨਾ। नैक्सट है जी भारत विच ISBN प्रदान करने वाली संस्था केड़ी है? तो RRLF जो कि न्यू दिल्ली दे विच है। ਇਹਦਾ आंसर आएगा। न्यूयॉर्क चार्जिंग सिस्टम किस साल शुरू होया? तो 1900 ਦੇ ਵਿੱਚ ਇਹ वाला सिस्टम शुरू होया सी। नैक्सट है जी प्रिंट ਅਤੇ ਵਿੱਚ किताबां ਦੇ प्रकाशन ਲਈ बारंबारता की है? तो ਇਹਦਾ आंसर आएगा जी सालाना। ज्ञान सभ्यता सुरक्षा जानकारी का जोड़ है, ये परिभाषा किसने दी? तो SR रगनाथन ने दी सी। इनफॉर्मेशन पावर बिल्डिंग पार्टनरशिप फॉर लर्निंग का प्रकाशन कौन है? तो इसका आंसर आएगा जी ALA। एनसाइक्लोपीडिया के पूरक भागों को किस किस्म दियां हवाला पुस्तकों में शामिल किया गया है? तो इसका आंसर आएगा जी साल दियां किताबां दे विच। सीखण दी दुनिया एक है? तो इसका आंसर आएगा जी इरेक्टरी। तर्कपूर्ण शब्दां एंड और ते नोट का निर्माता कौन है? तो इसका आंसर आएगा जी जॉर्ज बुले। नैक्सट है जी प्रबंधन का पिता किसनों कहा जाता है? तो हैनरी फ्योल नूं। जानकारी की है? तो इसका आंसर आएगा जी मनुखी विचार। ज्ञान की है? तो इसका आंसर आएगा जी संगठित जानकारी, उन्होंने असीं की बोलते हैं ज्ञान या नॉलेज। कम्यूनीकेशन शब्द किस भाषा तो लिया गया? तो लतीनी भाषा तो लिया गया इनू। लाइब्रेरी दे शैल्फ ते रखियां किताबां की स्थिति नूं दर्शाउण वाले रिकॉर्ड नूं की कहा जाता है? तो उन्होंने असीं की बोलते हैं शैल्फ सूची। नैक्सट है जी किस साल PERT प्रबंधन तकनोलॉजी विकसित की गई सी? तो 1950 इसका आंसर आएगा। TQM सिद्धांत का व्याख्याकार कौन है? तो USA नेवी। ठीक है जी, इसका आंसर आएगा। तकनीकी विभाग द्वारा किया जाने वाला काम नहीं है? तो एक केड़ा नहीं है इन्हां द्वारा काम किया जिहड़ा नहीं किया जाता, वो हैगा जी किताबां दी चोण। ये जिहड़ा काम है तकनीकी विभाग द्वारा नहीं किया जाता। नैक्सट है जी रेप्रोग्राफिक का शाब्दिक अर्थ की है? तो मुड़ उत्पादन, इसका आंसर आएगा। किस साल NISSAT की स्थापना की गई सी? तो इसका आंसर आएगा जी 1977 दे विच। और यदि फुल फॉर्म देख लो की है नैशनल इनफॉर्मेशन सिस्टम इन साइंस एंड टैक्नोलॉजी। जानकारी की हुंदी है? डाटा का व्यवस्थित रूप, उन्होंने असीं की बोल देंगे हैं जानकारी। डाटा जानकारी और ज्ञान का केड़ा क्रम सही है? तो ये स्टैप वाइज तुसीं दसना है कि ठीक है जी केड़ी जिहड़ी स्टैप है वो सही है। तो ये ए आंसर आएगा जी डाटा जानकारी ज्ञान बुद्धि परंपरा। अगर तुसीं इंग्लिश दे विच गल कर रहे हो तो सब तो पहला डाटा आउंदा है, फिर इनफॉर्मेशन, फिर नॉलेज, फिर विजडम और फिर ट्रेडिशन। ठीक है जी, ये डाटा जानकारी और ज्ञान का जिहड़ा क्रम है वो सही क्रम है। तो CSD और ISIS किस संस्था ने सॉफ्टवेयर विकसित किया है? तो इसका आंसर आएगा जी यूनेस्को। नैक्सट है ऑटोमेशन शब्द की वरतों पहली बार किस द्वारा की गई सी? तो यदी जिहड़ी शब्द की वरतों सी वो S हार्डर द्वारा की गई सी। नैक्सट है जी OCLC की स्थापना किस साल की गई सी? तो ये 1967 दे विच की गई सी।
किस साल डैलनेट ਦੀ ਸਥਾਪਨਾ ਕੀਤੀ ਗਈ ਸੀ? तो ये 1988 ਦੇ ਵਿੱਚ ਕੀਤੀ ਗਈ ਸੀ। ਇੰਡੀਅਨ ਨੈਸ਼ਨਲ ਬਿਬਲੀਓਗ੍ਰਾਫੀ ਦੇ ਪ੍ਰਕਾਸ਼ਨ ਦੀ ਬਾਰੰਬਾਰਤਾ ਕੀ ਹੈ? तो ਇਹਦਾ ਆਨਸਰ ਆਏਗਾ ਜੀ ਮੰਥਲੀ। ਨੈਕਸਟ ਹੈ ਜੀ ISBD ਇਹ ਕਿਸ ਸੰਗਠਨ ਨਾਲ ਬਣਾਈ ਗਈ ਹੈ? तो ਇਹ IFLA ਥਰੂ ਬਣਾਈ ਗਈ ਹੈ ਜੀ। ਨੈਕਸਟ ਹੈ ਜੀ ਭਾਰਤ ਵਿੱਚ ISSN ਪ੍ਰਦਾਨ ਕਰਨ ਲਈ ਕਿਹੜੀ ਸੰਸਥਾ ਜ਼ਿੰਮੇਵਾਰ ਹੈ? तो ਇਹਦਾ ਆਨਸਰ ਆਏਗਾ ਜੀ ਨੈਸ਼ਨਲ ਸਾਇੰਸ ਲਾਇਬ੍ਰੇਰੀ। ਨੈਕਸਟ ਕੁਐਸਚਨ ਹੈ ਲਾਇਬ੍ਰੇਰੀ ਆਫ ਕਾਂਗਰਸ ਸਬਜੈਕਟ ਹੈਡਿੰਗ ਟਾਈਟਲ ਲਿਸਟ ਦਾ ਪਹਿਲਾ ਐਡੀਸ਼ਨ ਕਦੋਂ ਪ੍ਰਕਾਸ਼ਿਤ ਕੀਤਾ ਗਿਆ? तो ਇਹਦਾ ਆਨਸਰ ਆਏਗਾ ਜੀ 1897। ਨੈਕਸਟ ਹੈ ਪ੍ਰੀਨੈਂਟਲ ਕੈਟਾਲੌਗਿੰਗ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ? तो ਇਹਦਾ ਆਨਸਰ ਆਏਗਾ ਜੀ SR ਰੰਗਨਾਥਨ। ਨੈਕਸਟ ਕੁਐਸਚਨ ਹੈ ਯੂਨੀਟਾਮ ਇੰਡੈਕਸ ਨੂੰ ਵਿਕਸਿਤ ਕਰਨ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ? तो ਇਹਦਾ ਆਨਸਰ ਆਏਗਾ ਜੀ ਮੋਰਟਾਈਮਰ ਟਿਊਬ। ਨੈਕਸਟ ਹੈ ਜੀ ਚਾਰਲਸ ਐਮੀ ਕਟਰ ਦੁਆਰਾ ਕਿਸ ਕਿਤਾਬ ਵਿੱਚ ਲਾਇਬ੍ਰੇਰੀ ਕੈਟਾਲੌਗਿੰਗ ਦੇ ਉਦੇਸ਼ ਦੱਸੇ ਗਏ ਹਨ? तो ਇਹਦਾ ਆਨਸਰ ਆਏਗਾ ਜੀ ਰੂਲਸ ਆਫ ਡਿਕਸ਼ਨਰੀ ਕੈਟਾਲੌਗਿੰਗ। ਨੈਕਸਟ ਹੈ ਪ੍ਰਿਸਿਸ ਇੱਕ ਪ੍ਰਮੁੱਖ ਕੋਆਰਡੀਨੇਟਡ ਇੰਡੈਕਸਿੰਗ ਸਿਸਟਮ ਹੈ ਜੋ ਕਿ ਕਿਸ ਸਾਲ ਵਿੱਚ ਬਣਾਇਆ ਗਿਆ ਸੀ? तो ਇਹ 1975 ਵਿੱਚ ਬਣਾਇਆ ਗਿਆ ਸੀ। ਨੈਕਸਟ ਹੈ KWIC ਵਿਧੀ ਦੇ ਵਿਕਾਸ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ? तो ਇਹਦਾ ਆਨਸਰ ਆਏਗਾ ਜੀ HP ਲੁਹਾਨ। ਮੈਲਵਿਨ ਡੇਵੀ ਨੇ ਕਿਸ ਸਾਲ ਕਿਤਾਬ ਚੋਣ ਸਿਧਾਂਤ ਸਭ ਤੋਂ ਘੱਟ ਕੀਮਤ ਤੇ ਸਭ ਤੋਂ ਵੱਡੀ ਸੰਖਿਆ ਲਈ ਸਭ ਤੋਂ ਵਧੀਆ ਰੀਡਿੰਗ ਪੇਸ਼ ਕੀਤਾ ਸੀ? तो ਇਹਦਾ ਆਨਸਰ ਆਏਗਾ ਜੀ 1879 ਦੇ ਵਿੱਚ। ਠੀਕ ਹੈ ਜੀ। ਦ ਬੈਸਟ ਰੀਡਿੰਗ ਆਫ ਦੀ ਲਾਰਜਰ ਨੰਬਰ ਐਟ ਦੀ ਲੀਸਟ ਕੋਸਟ ਕਦੋਂ ਪੇਸ਼ ਕੀਤੀ ਗਈ ਸੀ? 1879 ਦੇ ਵਿੱਚ। ਨੈਕਸਟ ਹੈ ਜੀ ਉਦੇਸ਼ਪੂਰਨ ਪ੍ਰਬੰਧਨ ਮੈਨੇਜਮੈਂਟ ਆਫ ਆਬਜੈਕਟਿਵ ਜਿਹਨੂੰ ਅਸੀਂ ਬੋਲਦੇ ਹਾਂ ਸਾਲ 1954 ਵਿੱਚ ਕਿਸ ਵਿਚਾਰਕ ਦੁਆਰਾ ਪੇਸ਼ ਕੀਤਾ ਗਿਆ ਸੀ? तो ਇਹਦਾ ਆਨਸਰ ਆਏਗਾ ਜੀ ਪੀਟਰ F ਡਰਕਰ। ਨੈਕਸਟ ਹੈ ਜੀ 1910 ਈਸਵੀ ਵਿੱਚ ਵਿਗਿਆਨਕ ਪ੍ਰਬੰਧਨ ਸ਼ਬਦ ਪਹਿਲੀ ਵਾਰ ਵਰਤਿਆ ਗਿਆ तो ਕਿਹਦੇ ਦੁਆਰਾ ਵਰਤਿਆ ਗਿਆ? ਲੈਵਿਸ ਬ੍ਰੈਡਨ ਨੇ। ਨੈਕਸਟ ਹੈ ਪ੍ਰਬੰਧਨ ਦੇ 14 ਸਿਧਾਂਤ ਕਿਸ ਨੇ ਪੇਸ਼ ਕੀਤੇ ਸੀਗੇ? तो ਹੈਨਰੀ ਫਿਓਲ ਨੇ। ਠੀਕ ਹੈ ਜੀ। ਮੈਨੇਜਮੈਂਟ ਦੇ ਜਿਹੜੇ 14 ਪ੍ਰਿੰਸੀਪਲ ਸੀ ਉਹ ਮੈਨੇਜਮੈਂਟ ਤੁਹਾਡੇ ਜਿਹੜੇ ਹੈਨਰੀ ਫਿਓਲ ਨੇ ਦਿੱਤੇ ਸੀਗੇ। ਵਿੰਡੋਜ਼ ਹੇਠਾਂ ਦਿੱਤੇ ਵਿੱਚੋਂ ਕਿਸ ਦਾ ਨਾਮ ਹੈ? तो ਇਹਦਾ ਆਨਸਰ ਆਏਗਾ ਜੀ ਸੌਫਟਵੇਅਰ। ਨੈਕਸਟ ਹੈ ਜੀ ਹੇਠ ਲਿਖੇ ਵਿੱਚੋਂ ਕਿਸ ਨੇ ਫੋਰਟਨ ਕੰਪਿਊਟਰ ਭਾਸ਼ਾ ਵਿਕਸਿਤ ਕੀਤੀ? तो ਇਹਦਾ ਆਨਸਰ ਆਏਗਾ ਜੀ IBM। ਨੈਕਸਟ ਹੈ ਪਰਸਨਲ ਕੰਪਿਊਟਰ ਕਿਸ ਸ਼੍ਰੇਣੀ ਵਿੱਚ ਆਉਂਦਾ ਹੈ? तो ਇਹ ਮਾਈਕਰੋ ਕੰਪਿਊਟਰ ਦੇ ਵਿੱਚ ਆਉਂਦਾ ਹੈ ਜੀ। ਨੈਕਸਟ ਕੁਐਸਚਨ ਹੈ CPU ਕਿਸ ਦੇ ਅਧੀਨ ਆਉਂਦਾ ਹੈ? तो ਇਹ ਹਾਰਡਵੇਅਰ ਦੇ ਅਧੀਨ ਆਉਂਦਾ ਹੈ। ਨੈਕਸਟ ਇਹਨਾਂ ਵਿੱਚੋਂ ਚਾਰਲਸ ਬੇਬੇਜ ਕੌਣ ਸੀ? तो ਇੱਕ ਗਣਿਤ ਸ਼ਾਸਤਰੀ ਦਾ ਆਨਸਰ ਆਏਗਾ। ਡਿਕਸ਼ਨਰੀ ਤਿਆਰ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? तो ਉਹਨੂੰ ਅਸੀਂ ਕੀ ਬੋਲਦੇ ਹਾਂ? ਲਿਕੋਗ੍ਰਾਫਰ। KWIC ਇੱਕ ਉਦਾਹਰਣ ਹੈ तो ਕਿਸ ਦੀ ਉਦਾਹਰਣ ਹੈ ਇਹ? ਕੰਟਰੋਲ ਇੰਡੈਕਸਿੰਗ ਲੈਂਗੁਏਜ ਦੀ। ਨੈਕਸਟ ਹੈ ਜੀ ਇੰਡੀਅਨ ਨੈਸ਼ਨਲ ਬਿਬਲੀਓਗ੍ਰਾਫੀ ਕਿਸ ਸਾਲ ਸ਼ੁਰੂ ਕੀਤੀ ਗਈ ਸੀ? तो ਇਹ 1957 ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਲੋਟਕਾ ਦਾ ਕਾਨੂੰਨ ਕਿਸ ਨਾਲ ਸੰਬੰਧਿਤ ਹੈ? तो ਇਹ ਸਾਇੰਟੀਫਿਕ ਪ੍ਰੋਡਕਟਿਵਿਟੀ ਦੇ ਨਾਲ ਸੰਬੰਧਿਤ ਹੈ। ਇਨਕਲੋਪੀਡੀਆ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ ਦਾ ਸੰਪਾਦਕ ਕੌਣ ਸੀ? तो ਐਲਨ ਕੈਂਟ ਅਤੇ ਹੈਰੋਲਡ ਲੈਂਕਰ ਜਿਹੜੇ ਸੀਗੇ। ਠੀਕ ਹੈ ਜੀ ਇਹਦੇ ਸੰਪਾਦਕ ਸਨ। ਹੇਠ ਲਿਖਿਆਂ ਵਿੱਚੋਂ ਕਿਹੜਾ ਮੁੱਖ ਸਰੋਤ ਹੈ? तो ਇਹਦੇ ਵਿੱਚ ਜਿਹੜਾ ਮੁੱਖ ਸਰੋਤ ਹੈਗਾ ਜੀ ਉਹ ਅਖਬਾਰਾਂ। ਨੈਕਸਟ ਹੈ ਯੂਨੀਅਨ ਕੈਟਾਲੌਗ ਕਿਸ ਸ਼੍ਰੇਣੀ ਲਈ ਜਾਣਕਾਰੀ ਦਾ ਇੱਕ ਸਰੋਤ ਹੈ? तो ਇਹਦਾ ਆਨਸਰ ਆਏਗਾ ਜੀ ਤੀਜੇ ਦਰਜੇ ਦੇ ਸਰੋਤ। ਨੈਕਸਟ ਹੈ ਨੈਸ਼ਨਲ ਇੰਡੈਕਸ ਆਫ ਟਰਾਂਸਲੇਸ਼ਨ ਦਾ ਪ੍ਰਕਾਸ਼ਨ ਕੌਣ ਹੈ? तो ਇਹਦਾ ਆਨਸਰ ਆਏਗਾ ਜੀ ਨਿਸਕੇਅਰ ਨਵੀਂ ਦਿੱਲੀ। ਨੈਕਸਟ ਹੈ ਏਸ਼ੀਅਨ ਰਿਕਾਰਡਰ ਕਿੱਥੇ ਪ੍ਰਕਾਸ਼ਿਤ ਹੁੰਦਾ ਹੈ? तो ਇਹਦਾ ਆਨਸਰ ਆਏਗਾ ਨਵੀਂ ਦਿੱਲੀ। CAS ਦਾ ਪੂਰਾ ਨਾਮ ਕੀ ਹੈ? तो ਇਹਦਾ ਆਨਸਰ ਆਏਗਾ ਜੀ ਕਰੰਟ ਅਵੇਅਰਨੈਸ ਸਰਵਿਸ। ਨੈਕਸਟ ਹੈ ਕੋਲਨ ਵਰਗੀਕਰਨ ਵਿੱਚ ਪਰੰਪਰਾਗਤ ਮੁੱਖ ਸ਼੍ਰੇਣੀਆਂ ਦੁਆਰਾ ਦਰਸਾਏ ਗਏ ਹਨ। तो ਇਹਦਾ ਆਨਸਰ ਆਏਗਾ ਵੱਡੇ ਰੋਮਨ ਅੰਕ।
ਵਿਗਿਆਨਕ ਅਤੇ ਵਿਦਿਅਕ ਸਹਿਮਤੀ, ਠੀਕ ਹੈ ਜੀ, ਪ੍ਰਿੰਸੀਪਲ ਆਫ ਸਾਇੰਟੀਫਿਕ ਐਂਡ ਐਜੂਕੇਸ਼ਨਲ ਕੌਨਸੈਂਸਸ ਦੇ ਸਿਧਾਂਤ ਦਾ ਸਮਰਥਕ ਕੌਣ ਹੈ? ਤਾਂ ਇਹਦਾ ਆਨਸਰ ਆਏਗਾ ਜੀ H.E. ਬਿਲ। ਨੈਕਸਟ ਹੈ ਜੀ ਡੇਵੀ ਡੈਸੀਮਲ ਵਰਗੀਕਰਨ ਦਾ ਪਹਿਲਾ ਸੰਸਕਰਣ ਕਦੋਂ ਪ੍ਰਕਾਸ਼ਿਤ ਕੀਤਾ ਗਿਆ ਸੀ? ਤਾਂ 1876 ਦੇ ਵਿੱਚ। ਸੰਯੁਕਤ ਰਾਜ ਅਮਰੀਕਾ ਦਾ ERIC ਡਾਟਾਬੇਸ ਕਿਸ ਵਿਸ਼ੇ ਨਾਲ ਸੰਬੰਧਿਤ ਹੈ? ਤਾਂ ਇਹ ਸਿੱਖਿਆ ਦੇ ਨਾਲ ਸੰਬੰਧਿਤ ਹੈ। ਨੈਕਸਟ ਕੁਐਸਚਨ ਹੈ ਬੱਗ ਕੀ ਹੈ? ਤਾਂ ਬੱਗ ਇੱਕ ਸੌਫਟਵੇਅਰ ਵਿੱਚ ਗਲਤੀ ਹੈ ਜੀ, ਠੀਕ ਹੈ ਜੀ। ਨੈਕਸਟ ਹੈ ਪੋਸਟਕੋਬ ਥਿਊਰੀ ਦਾ ਵਿਆਖਿਆਕਰਨ ਕੌਣ ਹੈ? ਤਾਂ ਇਹਦਾ ਜਿਹੜਾ ਵਿਆਖਿਆਕਰਨ ਹੈ ਉਹ ਲੂਥਰ ਗੁਲਿਕ ਅਤੇ ਐਲ ਉਰਵਿਕ ਹੈ। ਨੈਕਸਟ ਹੈ ਜੀ ਖੁਦਾ ਬਖਸ਼ਾ ਓਰੀਐਂਟਲ ਲਾਇਬ੍ਰੇਰੀ ਕਿੱਥੇ ਸਥਿਤ ਹੈ? ਤਾਂ ਇਹ ਪਟਨਾ ਦੇ ਵਿੱਚ ਸਥਿਤ ਹੈ। ਇੰਪੀਰੀਅਲ ਲਾਇਬ੍ਰੇਰੀ ਨੂੰ ਨੈਸ਼ਨਲ ਲਾਇਬ੍ਰੇਰੀ ਘੋਸ਼ਿਤ ਕਦੋਂ ਕੀਤਾ ਗਿਆ ਹੈ? ਤਾਂ 1948 ਦੇ ਵਿੱਚ ਜਿਹੜੀ ਹੈ ਇੰਪੀਰੀਅਲ ਲਾਇਬ੍ਰੇਰੀ ਐਜ਼ ਅ ਨੈਸ਼ਨਲ ਲਾਇਬ੍ਰੇਰੀ ਘੋਸ਼ਿਤ ਕੀਤੀ ਗਈ ਸੀ। ਨੈਕਸਟ ਹੈ ਕਿਸ ਸਾਲ ਨੈਸ਼ਨਲ ਲਾਇਬ੍ਰੇਰੀ ਨੂੰ ਮੈਡਕੌਫ ਹਾਲ ਤੋਂ ਬੈਲਵੈਡਰ ਵਿੱਚ ਤਬਦੀਲੀ ਕੀਤੀ ਗਈ ਹੈ? ਤਾਂ 1951 ਇਹਦਾ ਆਨਸਰ ਆਏਗਾ। ਕਿਤਾਬਾਂ ਦੀ ਸਪੁਰਦਗੀ ਨੂੰ ਕਾਨੂੰਨ ਦੁਆਰਾ ਪ੍ਰਕਾਸ਼ਕਾਂ ਲਈ ਹਰੇਕ ਪ੍ਰਕਾਸ਼ਨ ਦੀਆਂ ਕੁਝ ਕਾਪੀਆਂ ਨੈਸ਼ਨਲ ਲਾਇਬ੍ਰੇਰੀ ਨੂੰ ਭੇਜਣਾ ਲਾਜ਼ਮੀ ਬਣਾਇਆ ਗਿਆ ਹੈ। ਤਾਂ 1954 ਇਹਦਾ ਆਨਸਰ ਆਏਗਾ। ਲਾਇਬ੍ਰੇਰੀ ਵਿਗਿਆਨ ਦਾ ਕਿਹੜਾ ਫਾਰਮੂਲਾ CD-ROM ਦੀ ਵਿਆਖਿਆ ਕਰਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ 5th ਲਾਅ। ਡਾਕਟਰ ਰੰਗਨਾਥਨ ਨੇ ਸਿਰਲੇਖਾਂ ਅਤੇ ਸਿਧਾਂਤਾਂ ਦੀ ਰਚਨਾ ਕਦੋਂ ਕੀਤੀ ਸੀ? ਤਾਂ ਇਹਦਾ ਆਨਸਰ ਆਏਗਾ ਜੀ 1955 ਵਿੱਚ। ਨੈਕਸਟ ਕੁਐਸਚਨ ਹੈ ਲਾਇਬ੍ਰੇਰੀ ਵਰਗੀਕਰਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹਦਾ ਆਨਸਰ ਆਏਗਾ ਮੈਲਵਿਲ ਡੇਵੀ। ਕਿਤਾਬ ਦੇ ਰੂਪ ਵਿੱਚ ਲਾਇਬ੍ਰੇਰੀ ਸਾਇੰਸ ਦੇ 5 ਸੂਤਰਾਂ ਦਾ ਪਹਿਲਾ ਪ੍ਰਕਾਸ਼ਨ ਕਦੋਂ ਹੋਇਆ ਸੀ? ਤਾਂ 1931 ਦੇ ਵਿੱਚ। ਪੰਜਾਬ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਸਾਇੰਸ ਸਿੱਖਿਆ ਦਾ ਡਿਪਲੋਮਾ ਕੋਰਸ ਸ਼ੁਰੂ ਕਿਸ ਨੇ ਕੀਤਾ? ਤਾਂ ਜੌਨ ਡਿਕਸਨ ਨੇ। ਲਿਬਰਾਮੈਟਰੀ ਸ਼ਬਦ ਦੀ ਧਾਰਨਾ ਕਿਸ ਨੇ ਵਿਕਸਿਤ ਕੀਤੀ? ਤਾਂ ਡਾਕਟਰ ਰੰਗਨਾਥਨ ਨੇ। ਮੈਲਵਿਲ ਡੇਵੀ ਦੁਆਰਾ ਲਾਇਬ੍ਰੇਰੀ ਸਿੱਖਿਆ ਲਈ ਸਥਾਪਿਤ ਕੀਤੀ ਗਈ ਪਹਿਲੀ ਸੰਸਥਾ ਕਿਹੜੀ ਹੈ? ਤਾਂ ਇਹਦਾ ਆਨਸਰ ਆਏਗਾ ਸਕੂਲ ਆਫ ਲਾਇਬ੍ਰੇਰੀ ਇਕੋਨਮੀ। ਨੈਕਸਟ ਹੈ UAP ਸ਼ਬਦ ਦਾ ਪੂਰਾ ਨਾਮ ਕੀ ਹੈ? ਤਾਂ ਇਹਦਾ ਜਿਹੜਾ ਪੂਰਾ ਨਾਮ ਫੁੱਲ ਫਾਰਮ ਜਿਹੜੀ ਹੈਗੀ ਹੈ ਯੂਨੀਵਰਸਲ ਅਵੇਲੇਬਿਲਿਟੀ ਆਫ ਪਬਲੀਕੇਸ਼ਨਸ ਹੈ। ਲਾਇਬ੍ਰੇਰੀ ਦੇ ਕਿਹੜੇ ਕਾਰਜਾਂ ਵਿੱਚ ਸ਼ੈਲਫ ਸੂਚੀ ਦੀ ਮੁੱਖ ਵਰਤੋਂ ਹੁੰਦੀ ਹੈ? ਤਾਂ ਇਹਦਾ ਆਨਸਰ ਆਏਗਾ ਜੀ ਸਟਾਕ ਵੈਰੀਫਿਕੇਸ਼ਨ। ਵਿੱਤੀ ਲੈਣ ਦੇਣ ਦੇ ਮੁਲਾਂਕਣ ਨੂੰ ਕਿਹਾ ਜਾਂਦਾ ਹੈ ਆਡਿਟਿੰਗ। ਨੈਕਸਟ ਹੈ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਖੁੱਲ੍ਹੀ ਪਹੁੰਚ ਪ੍ਰਣਾਲੀ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ਜੇਮਸ ਡਫ ਬਰਾਊਨ। ਨੈਕਸਟ ਹੈ NCS ਨਿਊਯਾਰਕ ਚਾਰਜਿੰਗ ਸਿਸਟਮ ਦੀ ਸ਼ੁਰੂਆਤ ਕਿਸ ਨੇ ਕੀਤੀ? ਤਾਂ ਜੌਨ ਕੋਟਨ ਡੈਨਾ ਨੇ NCS ਦੀ ਸ਼ੁਰੂਆਤ ਕੀਤੀ ਸੀ। ਨੈਕਸਟ ਹੈ ਲਾਇਬ੍ਰੇਰੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਪਾਠਕ ਆਪਣਾ ਸਮਾਨ ਕਿੱਥੇ ਰੱਖਣ? ਤਾਂ ਇਹਦਾ ਆਨਸਰ ਆਏਗਾ ਜੀ ਪ੍ਰੋਪਰਟੀ ਕਾਊਂਟਰ ਦੇ ਵਿੱਚ। ਨੈਕਸਟ ਹੈ ਜਦੋਂ ਪਾਠਕ ਦੁਆਰਾ ਗਲਤੀ ਨਾਲ ਕਿਸੇ ਕਿਤਾਬ ਨੂੰ ਕਿਸੇ ਹੋਰ ਰੈਕ 'ਤੇ ਰੱਖਿਆ ਜਾਂਦਾ ਹੈ ਤਾਂ ਉਸ ਨੂੰ ਸਹੀ ਰੈਕ 'ਤੇ ਵਾਪਸ ਰੱਖਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ਸ਼ੈਲਫ ਰੈਕਟੀਫਿਕੇਸ਼ਨ ਜਾਂ ਸ਼ੈਲਫ ਜਿਹੜੀ ਸੁਧਾਰ ਹੈ। ਨੈਕਸਟ ਹੈ PPBS ਬਜਟ ਬਣਾਉਣ ਦਾ ਤਰੀਕਾ ਕਿਸ ਸੰਸਥਾ ਦੁਆਰਾ ਵਿਕਸਿਤ ਕੀਤਾ ਗਿਆ ਹੈ? ਤਾਂ ਇਹਦਾ ਆਨਸਰ ਆਏਗਾ USDOD। ਜ਼ੀਰੋ ਬੇਸਡ ਬਜਟਿੰਗ ਫਾਰਮੂਲੇਸ਼ਨ ਵਿਧੀ ਕਿਸ ਨਾਲ ਵਿਕਸਿਤ ਕੀਤੀ ਗਈ ਸੀ? ਤਾਂ ਇਹ ਜਿਹੜੀ ਕਿਸ ਸਾਲ ਵਿਕਸਿਤ ਕੀਤੀ ਗਈ ਸੀ? 1970 ਵਿੱਚ ਵਿਕਸਿਤ ਕੀਤੀ ਗਈ ਸੀ ਜ਼ੀਰੋ ਬੇਸਡ ਬਜਟਿੰਗ। ਨੈਕਸਟ ਕੁਐਸਚਨ ਹੈ ਪੁਸਤਕ ਚੋਣ ਲਈ ਸਿਧਾਂਤ ਕਿਸ ਦੁਆਰਾ ਪੇਸ਼ ਕੀਤਾ ਗਿਆ ਹੈ? ਤਾਂ ਇਹਦਾ D ਆਨਸਰ ਆਏਗਾ ਉਪਰੋਕਤ ਸਾਰੇ ਡਰੂਰੀ, ਮੈਕਕੋਲਵਿਸ ਔਰ ਮੈਲਵਿਲ ਡੇਵੀ, ਠੀਕ ਹੈ। ਨੈਕਸਟ ਹੈ ਪ੍ਰਬੰਧਨ ਦੀ X ਅਤੇ Y ਥਿਊਰੀ ਕਿਸ ਨੇ ਵਿਕਸਿਤ ਕੀਤੀ ਹੈ? ਤਾਂ ਡੌਗਲਸ MC ਜੋਰਜਰ ਇਹਦਾ ਆਨਸਰ ਆਏਗਾ। ਵੀਡੀਓ ਚੰਗੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਔਰਜ਼ਬਰਗਸ ਥਿਊਰੀ ਕਿਸ ਨਾਲ ਸੰਬੰਧਿਤ ਹੈ? ਤਾਂ ਇਹਦਾ ਆਨਸਰ ਆਏਗਾ ਪ੍ਰੇਰਣਾ। ਨੈਕਸਟ ਹੈ ਡੂਰੀ ਦੁਆਰਾ ਪੇਸ਼ ਕੀਤੀ ਗਈ ਪੁਸਤਕ ਚੋਣ ਦਾ ਸਿਧਾਂਤ ਕਿਸ ਸਾਲ ਵਿੱਚ ਪੇਸ਼ ਕੀਤਾ ਗਿਆ ਸੀ? ਤਾਂ ਇਹਦਾ ਆਨਸਰ ਆਏਗਾ 1930।
ਨੈਕਸਟ ਹੈ RFID ਸ਼ਬਦ ਦਾ ਕੀ ਅਰਥ ਹੈ? ਤਾਂ ਇਹਦਾ ਆਨਸਰ ਆਏਗਾ ਜੀ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ। ਨੈਕਸਟ ਹੈ ASLIB ਹੇਠਾਂ ਦਿੱਤੇ ਵਿੱਚੋਂ ਕਿਸ ਦੀ ਇੱਕ ਐਸੋਸੀਏਸ਼ਨ ਹੈ? ਤਾਂ ਇਹਦਾ ਆਨਸਰ ਆਏਗਾ ਜੀ ਵਿਸ਼ੇਸ਼ ਲਾਇਬ੍ਰੇਰੀਆਂ। ਨੈਕਸਟ ਕੁਐਸਚਨ ਹੈ ALA ਕਿਸ ਦੇਸ਼ ਦੀ ਲਾਇਬ੍ਰੇਰੀ ਐਸੋਸੀਏਸ਼ਨ ਹੈ? ਤਾਂ ਇਹ ਅਮਰੀਕਾ ਦੀ ਲਾਇਬ੍ਰੇਰੀ ਐਸੋਸੀਏਸ਼ਨ ਹੈ। ਨੈਕਸਟ ਹੈ SLA ਦਾ ਪੂਰਾ ਨਾਮ ਕੀ ਹੈ? ਤਾਂ SLA ਦੀ ਫੁੱਲ ਫਾਰਮ ਜਿਹੜੀ ਹੈਗੀ ਹੈ ਸਪੈਸ਼ਲ ਲਾਇਬ੍ਰੇਰੀਜ਼ ਐਸੋਸੀਏਸ਼ਨ। ਨੈਕਸਟ ਹੈ ALA ਦਾ ਪਹਿਲਾ ਜਨਰਲ ਸਕੱਤਰ ਕੌਣ ਸੀਗਾ? ਤਾਂ ਮੈਲਵਿਲ ਡੈਵੀ ਜਿਹੜੇ ਸੀਗੇ ਫਰਸਟ ਜਨਰਲ ਸਕੱਤਰ ਸੀਗੇ ਉਹਨਾਂ ਦੇ। ਨੈਕਸਟ ਹੈ ALA ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਤਾਂ ਇਹ ਸ਼ਿਕਾਗੋ ਦੇ ਵਿੱਚ ਹੈ ਇਹਦਾ ਦਫ਼ਤਰ। ਕਿਸ ਦੇਸ਼ ਵਿੱਚ ASLIB ਦੀ ਸਥਾਪਨਾ ਕੀਤੀ ਗਈ ਸੀ? ਤਾਂ UK ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਹੈ। SLA ਕਿਸ ਦੇਸ਼ ਨਾਲ ਸੰਬੰਧਿਤ ਹੈ? ਤਾਂ SLA USA ਦੇ ਨਾਲ ਸੰਬੰਧਿਤ ਹੈ। IFLA ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀ? ਤਾਂ IFLA ਜਿਹੜੀ ਸਥਾਪਨਾ 1927 ਈਸਵੀ ਦੇ ਵਿੱਚ ਕੀਤੀ ਗਈ। ASLIB ਦਾ ਪੂਰਾ ਨਾਮ ਕੀ ਹੈ? ਤਾਂ ਇਹਦੀ ਫੁੱਲ ਫਾਰਮ ਜਿਹੜੀ ਹੈਗੀ ਉਹ ਐਸੋਸੀਏਸ਼ਨ ਆਫ ਸਪੈਸ਼ਲ ਲਾਇਬ੍ਰੇਰੀਜ਼ ਐਂਡ ਇਨਫੋਰਮੇਸ਼ਨ ਬਿਊਰੋ ਹੈ। FID ਦਾ ਪੂਰਾ ਨਾਮ ਕੀ ਹੈ? ਤਾਂ FID ਜਿਹੜੀ ਫੁੱਲ ਫਾਰਮ ਹੈ ਉਹ ਫੈਡਰੇਸ਼ਨ ਇੰਟਰਨੈਸ਼ਨਲ ਦੇ ਡਾਕੂਮੈਂਟੇਸ਼ਨ। ਨੈਕਸਟ ਹੈ ਕਿਸ ਸਾਲ SLA ਦੀ ਸਥਾਪਨਾ ਕੀਤੀ ਗਈ? ਤਾਂ 1909 ਦੇ ਵਿੱਚ SLA ਦੀ ਸਥਾਪਨਾ ਕੀਤੀ ਗਈ। IFLA ਦਾ ਪੂਰਾ ਰੂਪ ਕੀ ਹੈ? ਤਾਂ IFLA ਦੀ ਫੁੱਲ ਫਾਰਮ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਫੈਡਰੇਸ਼ਨ ਆਫ ਲਾਇਬ੍ਰੇਰੀ ਐਸੋਸੀਏਸ਼ਨ ਐਂਡ ਇੰਸਟੀਟਿਊਸ਼ਨਸ। ਨੈਕਸਟ ਹੈ UBC ਹੇਠ ਲਿਖੀਆਂ ਵਿੱਚੋਂ ਕਿਸ ਸੰਸਥਾ ਦਾ ਇੱਕ ਪ੍ਰੋਗਰਾਮ ਹੈ? ਤਾਂ IFLA ਦਾ ਆਨਸਰ ਆਏਗਾ। UGC ਦਾ ਪਹਿਲਾ ਚੇਅਰਮੈਨ ਕੌਣ ਸੀ? ਤਾਂ UGC ਦਾ ਜਿਹੜਾ ਪਹਿਲਾ ਚੇਅਰਮੈਨ ਸੀ CD ਦੇਸ਼ਮੁਖ ਸਨ। NLM ਦਾ ਪੂਰਾ ਰੂਪ ਕੀ ਹੈ? ਤਾਂ ਇਹਦੀ ਫੁੱਲ ਫਾਰਮ ਆਏਗੀ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ। ਦਿੱਲੀ ਪਬਲਿਕ ਲਾਇਬ੍ਰੇਰੀ ਕਿਸ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਸੀ? ਤਾਂ ਇਹ UNESCO ਇਹਦਾ ਆਨਸਰ ਆਏਗਾ। UAP ਯੂਨੀਵਰਸਲ ਅਵੇਲੇਬਿਲਿਟੀ ਆਫ ਪਬਲੀਕੇਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਸੰਸਥਾ ਦਾ ਪ੍ਰੋਗਰਾਮ ਹੈ? ਤਾਂ ਇਹਦਾ ਆਨਸਰ ਆਏਗਾ IFLA। ਨੈਕਸਟ ਹੈ LC ਦਾ ਪੂਰਾ ਰੂਪ ਕੀ ਹੈਗਾ ਹੈ? ਤਾਂ ਇਹਦਾ ਆਨਸਰ ਆਏਗਾ ਲਾਇਬ੍ਰੇਰੀ ਆਫ ਕਾਂਗਰਸ। ਕਲਕੱਤਾ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਕਦੋਂ ਹੋਈ ਸੀ? ਤਾਂ 1835 ਦੇ ਵਿੱਚ ਜਿਹੜੀ ਹੈ ਕਲਕੱਤਾ ਪਬਲਿਕ ਲਾਇਬ੍ਰੇਰੀ ਦੀ ਜਿਹੜੀ ਸਥਾਪਨਾ ਸੀ ਹੋਈ। PN ਕੋਲਾ ਬੈਸਟ ਲਾਇਬ੍ਰੇਰੀਅਨ ਅਵਾਰਡ ਕਿਸ ਸੰਸਥਾ ਵੱਲੋਂ ਦਿੱਤਾ ਜਾਂਦਾ ਹੈ? ਤਾਂ ਇਹ ILA ਦੁਆਰਾ ਦਿੱਤਾ ਜਾਂਦਾ ਹੈ। ਐਕਸਟੈਂਸ਼ਨ ਸੇਵਾ ਦੇ ਰੂਪ ਹਨ ਡੈਸ਼। ਤਾਂ ਇਹਦਾ ਆਨਸਰ ਆਏਗਾ ਜੀ ਉਪਰੋਕਤ ਸਾਰੇ। ਤਾਂ ਕਿਹੜੇ ਕਿਹੜੇ ਐਕਸਟੈਂਸ਼ਨ ਹੈ ਜਿਹੜੇ ਸੇਵਾ ਦੇ ਰੂਪ ਹਨ? ਤਾਂ ਲਾਇਬ੍ਰੇਰੀ ਦੀ ਵੈਬਸਾਈਟ, ਲਾਇਬ੍ਰੇਰੀ ਓਰੀਐਂਟੇਸ਼ਨ, ਪੁਸਤਕ ਮੇਲਾ ਦੇ ਪ੍ਰਦਰਸ਼ਨੀ, ਇਹ ਤਿੰਨੋਂ ਜਿਹੜੇ ਇਹਦੇ ਆਪਸ਼ਨ ਹਨ। ਨੈਕਸਟ ਹੈ ਜੀ ਪਬਲਿਕ ਲਾਇਬ੍ਰੇਰੀ ਮਦਦ ਲਈ ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਵੱਲੋਂ ਕਈ ਸਕੀਮਾਂ ਚਲਾਈਆਂ ਗਈਆਂ ਜਿਨ੍ਹਾਂ 'ਚੋਂ 2 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਤਾਂ ਇਹਦਾ ਆਨਸਰ ਆਏਗਾ ਜੀ ਮੈਚਿੰਗ ਸਹਾਇਤਾ ਅਤੇ ਪੂਰੀ ਸਹਾਇਤਾ। ਨੈਕਸਟ ਹੈ ਨੈਸ਼ਨਲ ਲਾਇਬ੍ਰੇਰੀ ਆਫ ਬਲਾਈਂਡਸ ਐਂਡ ਹੈਂਡੀਕੈਪਸ ਕਿੱਥੇ ਸਥਿਤ ਹੈ? ਤਾਂ ਇਹਦਾ ਆਨਸਰ ਆਏਗਾ ਦੇਹਰਾਦੂਨ। ਭਾਰਤ ਵਿੱਚ ਸਭ ਤੋਂ ਪਹਿਲਾ ਪਬਲਿਕ ਲਾਇਬ੍ਰੇਰੀ ਐਕਟ ਕਿਸ ਰਾਜ ਵਿੱਚ ਲਾਗੂ ਕੀਤਾ ਗਿਆ ਸੀ? ਤਾਂ ਤਾਮਿਲਨਾਡੂ ਮਦਰਾਸ ਪਬਲਿਕ ਐਕਟ 1948 ਦੇ ਵਿੱਚ ਜਿਹੜਾ ਇਹ ਲਾਗੂ ਕੀਤਾ ਗਿਆ ਸੀਗਾ। IASLIC ਦਾ ਪੂਰਾ ਰੂਪ ਕੀ ਹੈ? ਤਾਂ ਇੰਡੀਅਨ ਐਸੋਸੀਏਸ਼ਨ ਆਫ ਸਪੈਸ਼ਲ ਲਾਇਬ੍ਰੇਰੀ ਅਤੇ ਸੂਚਨਾ ਕੇਂਦਰ ਇਹਦੀ ਫੁੱਲ ਫਾਰਮ ਹੈ। GILA ਨੂੰ ਪਹਿਲਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਤਾਂ ਭਾਰਤ ਸਰਕਾਰੀ ਦੀ ਲਾਇਬ੍ਰੇਰੀ ਐਸੋਸੀਏਸ਼ਨ ਇਹਦਾ ਆਨਸਰ ਆਏਗਾ। ਔਰ GILA ਦੀ ਅਗਰ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਗਵਰਨਮੈਂਟ ਆਫ ਇੰਡੀਆ ਲਾਇਬ੍ਰੇਰੀਜ਼ ਐਸੋਸੀਏਸ਼ਨ ਇਹਦੀ ਫੁੱਲ ਫਾਰਮ ਹੈ। ਗੁੱਡ ਆਫਿਸ ਕਮੇਟੀ ਦਾ ਮੁੱਖ ਦਫ਼ਤਰ ਕਿੱਥੇ ਹੈ? ਤਾਂ ਜਿਹੜਾ ਦਫ਼ਤਰ ਹੈਗਾ ਨਵੀਂ ਦਿੱਲੀ ਦੇ ਵਿੱਚ ਹੈ। ਅਬਗਿਲਾ ਕਦੋਂ ਸ਼ੁਰੂ ਹੋਇਆ ਸੀਗਾ? ਤਾਂ ਇਹ 1949 ਈਸਵੀ ਦੇ ਵਿੱਚ ਸ਼ੁਰੂ ਹੋਇਆ ਸੀ।
ਨੈਕਸਟ ਹੈ ਬਗੀਲਾ ਕੀ ਹੈ, ਤਾਂ ਸਮੇਂ ਸਮੇਂ 'ਤੇ, ਤਾਂ ਇਹਦਾ ਅਗਰ ਗੱਲ ਕਰੀਏ ਤਾਂ ਪੀਰੀਓਡੀਕਲਸ ਨੂੰ ਅਸੀਂ ਕੀ ਬੋਲਦੇ ਹਾਂ, ਬਗੀਲਾ ਬੋਲਦੇ ਹਾਂ। IASLIC ਦੀ ਸਥਾਪਨਾ ਕਦੋਂ ਹੋਈ ਸੀ, ਤਾਂ 1955 ਈਸਵੀ ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਕੋਮਲਾ ਦੀ ਸਥਾਪਨਾ ਕਦੋਂ ਹੋਈ ਸੀ, ਤਾਂ 1972 ਈਸਵੀ, ਇਹਦਾ ਆਨਸਰ ਆਏਗਾ। ਹੇਠਾਂ ਦਿੱਤੇ ਵਿੱਚੋਂ ਕੌਣ IASLIC ਦਾ ਪਹਿਲਾ ਚੇਅਰਮੈਨ ਬਣਿਆ, ਤਾਂ ਡਾਕਟਰ SL ਹੋਰਾ। IASLIC ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ, ਤਾਂ ਇਹ ਕੋਲਕਾਤਾ ਵਿੱਚ ਹੈ। ALA ਦੀ ਸਥਾਪਨਾ ਕਦੋਂ ਹੋਈ ਸੀ, ਤਾਂ 1876 ਈਸਵੀ ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਇੰਡੀਅਨ ਐਸੋਸੀਏਸ਼ਨ ਆਫ ਆਦਮਿਕ ਲਾਇਬ੍ਰੇਰੀ ਦੀ ਸਥਾਪਨਾ ਕਦੋਂ ਹੋਈ ਸੀ, ਤਾਂ 1953 ਈਸਵੀ, ਦਾ ਆਨਸਰ ਆਏਗਾ। IATLIS ਹੇਠਾਂ ਦਿੱਤੇ ਵਿੱਚੋਂ ਕਿਸ ਦੀ ਐਸੋਸੀਏਸ਼ਨ ਹੈ, ਤਾਂ ਇਹ ਅਧਿਆਪਕ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਦੀ ਐਸੋਸੀਏਸ਼ਨ ਹੈ। IATLIS ਦਾ ਪੂਰਾ ਰੂਪ ਕੀ ਹੈ, ਤਾਂ ਇਹਦਾ ਆਨਸਰ ਆਏਗਾ ਜੀ ਇੰਡੀਅਨ ਐਸੋਸੀਏਸ਼ਨ ਆਫ ਟੀਚਰਸ ਇਨ ਲਾਇਬ੍ਰੇਰੀ ਇਨਫੋਰਮੇਸ਼ਨ ਸਾਇੰਸ। ਜੀ ਕੋਮਲਾ ਦਾ ਪੂਰਾ ਰੂਪ ਕੀ ਹੈ, ਤਾਂ ਕੋਮਲਾ ਜਿਹੜਾ ਪੂਰਾ ਰੂਪ ਹੈ ਕਾਮਨਵੈਲਥ ਲਾਇਬ੍ਰੇਰੀ ਐਸੋਸੀਏਸ਼ਨ ਹੈ। ਨੈਕਸਟ ਹੈ ਜੀ ਲਾਇਬ੍ਰੇਰੀ ਐਸੋਸੀਏਸ਼ਨ ਦੀ ਸਥਾਪਨਾ ਕਦੋਂ ਹੋਈ ਸੀ, ਤਾਂ ਇਹਦਾ ਆਨਸਰ ਆਏਗਾ ਜੀ 1877 ਈਸਵੀ ਵਿੱਚ। ਨੈਕਸਟ ਹੈ ਜੀ ASLIB ਦੀ ਸਥਾਪਨਾ ਕਦੋਂ ਹੋਈ ਸੀ, ਤਾਂ 1924 ਈਸਵੀ, ਦਾ ਆਨਸਰ ਆਏਗਾ। ਨੈਕਸਟ ਹੈ LA ਦਾ ਮੁੱਖ ਦਫ਼ਤਰ ਕਿੱਥੇ ਹੈ, ਤਾਂ ਇਹਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਲੰਡਨ ਦੇ ਵਿੱਚ ਹੈ। ਨੈਕਸਟ ਹੈ ਦੁਨੀਆ ਦੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਐਸੋਸੀਏਸ਼ਨ ਕਿਹੜੀ ਹੈ, ਤਾਂ ALA ਜਿਹੜੀ ਹੈ ਸਭ ਤੋਂ ਪੁਰਾਣੀ ਲਾਇਬ੍ਰੇਰੀ ਐਸੋਸੀਏਸ਼ਨ ਹੈ। ਨੈਕਸਟ ਹੈ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਐਸੋਸੀਏਸ਼ਨ ਕਿਹੜੀ ਹੈ, ਤਾਂ ALA, ਇਹਦਾ ਆਨਸਰ ਆਏਗਾ। ਨੈਕਸਟ ਹੈ ALA ਕਿੱਥੇ ਸਥਾਪਿਤ ਕੀਤਾ ਗਿਆ ਸੀਗਾ, ਤਾਂ ALA ਜਿਹੜਾ ਸੀਗਾ ਫਿਲਡੈਲਫੀਆ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। ਨੈਕਸਟ ਹੈ ਅਮਰੀਕਾ ਵਿੱਚ ਫੈਡਰਲ ਲਾਇਬ੍ਰੇਰੀ ਕਾਨੂੰਨ ਕਦੋਂ ਪਾਸ ਕੀਤਾ ਗਿਆ ਸੀ, ਤਾਂ ਇਹਦਾ ਆਨਸਰ ਆਏਗਾ 1956 ਈਸਵੀ। ALA ਦਾ ਪੂਰਾ ਨਾਮ ਕੀ ਹੈ, ਤਾਂ ALA ਦਾ ਪੂਰਾ ਨਾਮ ਜਿਹੜਾ ਹੈਗਾ ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ। RRLF ਦਾ ਪੂਰਾ ਨਾਮ ਕੀ ਹੈ, ਤਾਂ ਰਾਜ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ, ਜਾਂ ਤੁਸੀਂ ਇਹਨੂੰ ਠੀਕ ਹੈ ਜੀ ਰਾਜ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ, ਇਹਦਾ ਜਿਹੜਾ ਹੈਗੀ ਫੁੱਲ ਫਾਰਮ ਹੈ। PN ਕੋਲਾ ਅਵਾਰਡ ਇਹਨਾਂ ਵਿੱਚੋਂ ਕਿਸ ਨੂੰ ਦਿੱਤਾ ਜਾਂਦਾ ਹੈ, ਤਾਂ ਇੱਕ ਵਧੀਆ ਲਾਇਬ੍ਰੇਰੀਅਨ ਦੇ ਵਾਸਤੇ। NATIS ਦਾ ਪੂਰਾ ਰੂਪ ਕੀ ਹੈ, ਤਾਂ ਇਹਦਾ ਆਨਸਰ ਆਏਗਾ ਜੀ ਨੈਸ਼ਨਲ ਇਨਫੋਰਮੇਸ਼ਨ ਸਿਸਟਮ, ਰਾਸ਼ਟਰੀ ਸੂਚਨਾ ਪ੍ਰਣਾਲੀ, ਇਹਦੀ ਫੁੱਲ ਫਾਰਮ ਹੈ। DV ਨੇ ਲਾਇਬ੍ਰੇਰੀਅਨਸ਼ਿਪ ਵਿੱਚ ਪਹਿਲਾ ਸਕੂਲ ਕਦੋਂ ਖੋਲ੍ਹਿਆ ਸੀ, ਤਾਂ 1887 ਦੇ ਵਿੱਚ ਜਿਹੜੀ ਇਹ ਲਾਇਬ੍ਰੇਰੀਅਨਸ਼ਿਪ ਦਾ ਜਿਹੜਾ ਪਹਿਲਾ ਸਕੂਲ ਸੀ ਉਹ ਖੁੱਲ੍ਹਿਆ ਸੀ। ਨੈਕਸਟ ਹੈ ਫਾਦਰ ਆਫ ਬਿਬਲੀਓਗ੍ਰਾਫੀ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਇਹਦਾ ਆਨਸਰ ਆਏਗਾ ਕੋਨਰਾਡ ਗੈਸਨਰ। ਦੁਨੀਆ ਦੇ ਪਹਿਲੀ ਲਾਇਬ੍ਰੇਰੀ ਸਾਇੰਸ ਸਕੂਲ ਦੀ ਸਥਾਪਨਾ ਕਿਸ ਨੇ ਕੀਤੀ, ਤਾਂ ਮੈਸਵਿਲੇ DV, ਇਹਦਾ ਆਨਸਰ ਆਏਗਾ। ਨੈਕਸਟ ਹੈ ਕਿਸ ਯੂਨੀਵਰਸਿਟੀ ਦੇ ਲਾਇਬ੍ਰੇਰੀਅਨਸ਼ਿਪ ਵਿੱਚ ਪਹਿਲਾ ਸਕੂਲ ਖੋਲ੍ਹਿਆ ਸੀ, ਤਾਂ ਇਹਦਾ ਆਨਸਰ ਆਏਗਾ ਜੀ ਨਿਊਯਾਰਕ ਸਟੇਟ ਯੂਨੀਵਰਸਿਟੀ। ਨੈਕਸਟ ਹੈ ਲਾਇਬ੍ਰੇਰੀਅਨਾਂ ਦੀ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਕਦੋਂ ਆਯੋਜਿਤ ਕੀਤੀ ਗਈ ਸੀ, ਤਾਂ 1877 ਈਸਵੀ ਦੇ ਵਿੱਚ। ਨੈਕਸਟ ਹੈ ਲਾਇਬ੍ਰੇਰੀਅਨਾਂ ਦੀ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਕਿੱਥੇ ਹੋਈ ਸੀ, ਤਾਂ ਇਹਦਾ ਆਨਸਰ ਆਏਗਾ ਜੀ ਲੰਡਨ। ਨੈਸ਼ਨਲ ਇੰਡੈਕਸ ਆਫ ਟ੍ਰਾਂਸਲੇਸ਼ਨਸ ਦਾ ਪ੍ਰਕਾਸ਼ਨ ਕੌਣ ਹੈ, ਤਾਂ ਨਿਸਕੇਰ ਨਵੀਂ ਦਿੱਲੀ, ਇਹਦਾ ਆਨਸਰ ਆਏਗਾ। ਭਾਰਤ ਵਿੱਚ ਸਭ ਤੋਂ ਪਹਿਲਾਂ ਲਾਇਬ੍ਰੇਰੀ ਸਾਇੰਸ ਕਿਸ ਯੂਨੀਵਰਸਿਟੀ ਨੇ ਕੋਰਸ ਸ਼ੁਰੂ ਕੀਤਾ ਗਿਆ ਸੀ, ਤਾਂ ਦਿੱਲੀ ਯੂਨੀਵਰਸਿਟੀ ਨੇ ਸਭ ਤੋਂ ਪਹਿਲਾਂ ਕੋਰਸ ਸ਼ੁਰੂ ਕੀਤਾ ਸੀ। ਡਿਪਲੋਮਾ ਕੋਰਸ ਨੂੰ ਡਿਗਰੀ ਕੋਰਸ ਵਿੱਚ ਬਦਲਣ ਵਾਲੀ ਭਾਰਤ ਦੀ ਕਿਹੜੀ ਯੂਨੀਵਰਸਿਟੀ ਸਭ ਤੋਂ ਪਹਿਲਾਂ ਸੀ, ਤਾਂ ਇਹਦਾ ਆਨਸਰ ਆਏਗਾ ਜੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ। ਕਿਸ ਯੂਨੀਵਰਸਿਟੀ ਨੇ ਪਹਿਲੀ PhD ਪ੍ਰਦਾਨ ਕੀਤੀ ਸੀ, ਤਾਂ ਇਹਦਾ ਆਨਸਰ ਆਏਗਾ ਜੀ ਦਿੱਲੀ ਯੂਨੀਵਰਸਿਟੀ। ਭਾਰਤ ਵਿੱਚ ਲਾਇਬ੍ਰੇਰੀ ਸਾਇੰਸ ਦੀ ਪਹਿਲੀ PhD ਕਿਸ ਨੇ ਪ੍ਰਾਪਤ ਕੀਤਾ ਹੈ, ਤਾਂ JS ਸ਼ਰਮਾ ਨੇ। ਦਿੱਲੀ ਯੂਨੀਵਰਸਿਟੀ ਦੁਆਰਾ ਲਾਇਬ੍ਰੇਰੀ ਸਾਇੰਸ ਵਿੱਚ ਪਹਿਲੀ PhD ਇਹ ਕਦੋਂ ਪ੍ਰਦਾਨ ਕੀਤਾ ਗਿਆ ਸੀ, ਤਾਂ 1957 ਈਸਵੀ।
ਡਾਕਟਰ ਰੰਗਨਾਥਨ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ ਸੀ? ਤਾਂ ਇਹਦਾ ਆਨਸਰ ਆਏਗਾ ਜੀ MLA। ਨੈਕਸਟ ਹੈ ਲਾਇਬ੍ਰੇਰੀ ਵਿਗਿਆਨ ਵਿੱਚ ਯੋਗਦਾਨ ਲਈ ਡਾਕਟਰ ਰੰਗਨਾਥਨ ਨੂੰ ਕਿਹੜਾ ਪੁਰਸਕਾਰ ਦਿੱਤਾ ਗਿਆ? ਤਾਂ ਇਹਦਾ ਆਨਸਰ ਆਏਗਾ ਜੀ ਪਦਮ ਸ਼੍ਰੀ ਪੁਰਸਕਾਰ। ਨੈਕਸਟ ਹੈ ਦਿੱਲੀ ਲਾਇਬ੍ਰੇਰੀ ਐਸੋਸੀਏਸ਼ਨ ਦੀ ਸਥਾਪਨਾ ਕਦੋਂ ਹੋਈ ਸੀ? ਤਾਂ 1946 ਈਸਵੀ ਦੇ ਵਿੱਚ। ਨੈਕਸਟ ਹੈ ILA ਦਾ ਪੂਰਾ ਰੂਪ ਕੀ ਹੈ? ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ। ਜਰਨਲ ਹੈਰਲ ਆਫ ਲਾਇਬ੍ਰੇਰੀ ਸਾਇੰਸ ਕਿੱਥੇ ਪ੍ਰਕਾਸ਼ਿਤ ਹੁੰਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ਲਖਨਊ। ਲਿਬਰਾ ਕਿਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ? ਤਾਂ ਰਾਜਸਥਾਨ ਯੂਨੀਵਰਸਿਟੀ ਦੁਆਰਾ। ਡਾਕਟਰ ਰੰਗਨਾਥਨ ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਦੇ ਕਿੰਨੇ ਸਮੇਂ ਤੱਕ ਪ੍ਰਧਾਨ ਰਹੇ? ਤਾਂ 1944 ਤੋਂ ਲੈ ਕੇ 1953 ਤੱਕ। ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਨੇ ਪਹਿਲੀ ਵਾਰ ਲਾਇਬ੍ਰੇਰੀ ਹਫ਼ਤਾ ਕਦੋਂ ਮਨਾਇਆ? ਤਾਂ 1961 ਈਸਵੀ ਦੇ ਵਿੱਚ। ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਕੌਣ ਸੀ? ਤਾਂ MO ਥੋਮਸ। ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਕਿੱਥੇ ਸਥਾਪਿਤ ਕੀਤੀ ਗਈ ਸੀ? ਤਾਂ ਇਹਦਾ ਆਨਸਰ ਆਏਗਾ ਜੀ ਕਲਕੱਤਾ। ਰੰਗਨਾਥਨ ਦਿਵਸ ਕਦੋਂ ਮਨਾਇਆ ਜਾਂਦਾ ਹੈ? ਤਾਂ 12 ਅਗਸਤ। ਹੇਠ ਲਿਖਿਆਂ ਵਿੱਚੋਂ ਕਿਹੜਾ ਮੈਗਜ਼ੀਨ ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਨਾਲ ਸੰਬੰਧਿਤ ਹੈ? ਤਾਂ ILA ਬੁਲੇਟਿਨ। ਇੰਡੀਅਨ ਲਾਇਬ੍ਰੇਰੀ ਸਾਇੰਸ ਅਬਸਟਰੈਕਟ ਕੌਣ ਪ੍ਰਕਾਸ਼ਿਤ ਕਰਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ IAS LIC। ਇੰਟਰਨੈਸ਼ਨਲ ਹੂਜ਼ ਕੌਣ ਪ੍ਰਕਾਸ਼ਿਤ ਕਰਦਾ ਹੈ? ਤਾਂ ਇਹਦਾ ਆਨਸਰ ਆਏਗਾ ਲੰਡਨ। ਜਾਣਕਾਰੀ ਕੀ ਹੈ? ਤਾਂ ਜਾਣਕਾਰੀ ਜਿਹੜੀ ਇੱਕ ਸੰਗਠਿਤ ਅਤੇ ਅਰਥਪੂਰਨ ਡਾਟਾ ਹੈ। ਵਿਦਿਆ ਨਿਧੀ ਪ੍ਰੋਜੈਕਟ ਕਿਸ ਲਈ ਸੀ? ਤਾਂ ਇਹ ਇਲੈਕਟ੍ਰੋਨਿਕ ਥੀਸਿਸ ਅਤੇ ਖੋਜ ਨਿਬੰਧ ਦੇ ਨਾਲ ਰਿਲੇਟਡ ਸੀ। ਭਾਰਤ ਦੀ ਸੰਸਦ ਦੁਆਰਾ ਸੂਚਨਾ ਦਾ ਅਧਿਕਾਰ ਬਿੱਲ ਕਦੋਂ ਲਾਗੂ ਕੀਤਾ ਗਿਆ ਸੀ? ਤਾਂ ਇਹਦਾ ਆਨਸਰ ਆਏਗਾ ਜੀ 15 ਜੂਨ 2005। ਜੌਨ ਮੈਕਫਾਰਲੇਨ ਪਹਿਲਾ ਲਾਇਬ੍ਰੇਰੀ ਸੀ? ਤਾਂ ਇਹਦਾ ਆਨਸਰ ਆਏਗਾ ਜੀ ਇੰਪੀਰੀਅਲ ਲਾਇਬ੍ਰੇਰੀ ਕੈਲਕਟਾ। CILIP ਕਲਿੱਪ ਕਿਸ ਦਾ ਨਵਾਂ ਨਾਮ ਹੈ? ਤਾਂ LA ਦਾ ਇਹ ਨਵਾਂ ਨਾਮ ਹੈ। ਲਾਇਬ੍ਰੇਰੀ ਵਿਗਿਆਨ ਦਾ ਕਿਹੜਾ ਕਾਨੂੰਨ ਖੁੱਲ੍ਹੀ ਪਹੁੰਚ ਅਤੇ ਸ਼ੈਲਫ ਵਿਵਸਥਾ ਦੀ ਵਕਾਲਤ ਕਰਦਾ ਹੈ? ਤਾਂ ਇਹਦਾ ਆਨਸਰ ਆਏਗਾ ਜੀ ਦੂਜਾ ਕਾਨੂੰਨ। ਭਾਰਤ ਦੀ ਨੈਸ਼ਨਲ ਲਾਇਬ੍ਰੇਰੀ ਦਾ ਪਹਿਲਾ ਲਾਇਬ੍ਰੇਰੀ ਕੌਣ ਸੀ? ਤਾਂ ਇਹਦਾ ਆਨਸਰ ਆਏਗਾ ਜੀ S ਕੇਸ਼ਵਨ। IFLA ਦਾ ਮੁੱਖ ਦਫ਼ਤਰ ਕਿੱਥੇ ਹੈ? ਤਾਂ ਇਹਦਾ ਆਨਸਰ ਆਏਗਾ ਹੈਗ। ਅਨੁਕ੍ਰਿਤੀ ਕੀ ਹੈ? ਤਾਂ ਟਰਾਂਸਲੇਟਿੰਗ ਇੰਡੀਆ ਵੈਬਸਾਈਟ ਇਹਦਾ ਆਨਸਰ ਆਏਗਾ। ਇਸ ਪ੍ਰੋਕਸੀ ਇੱਕ ਉਤਪਾਦ ਹੈ? ਤਾਂ ਇਹਦਾ ਆਨਸਰ ਆਏਗਾ ਜੀ OCLC। ਵੈਬਲੌਗ ਸ਼ਬਦ ਕਿਸ ਨੇ ਬਣਾਇਆ? ਤਾਂ ਇਹਦਾ ਆਨਸਰ ਆਏਗਾ ਜੀ ਜੌਨ ਬਰਗਰ ਨੇ। ਨੈਕਸਟ ਹੈ 3 ਕਾਰਡ ਪ੍ਰਣਾਲੀ ਕਿਸ ਨੇ ਬਣਾਈ? ਤਾਂ ਇਹਦਾ ਆਨਸਰ ਆਏਗਾ ਜੀ SR ਰੰਗਨਾਥਨ ਨੇ। ਠੀਕ ਹੈ ਜੀ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ, ਯੂਜ਼ਫੁਲ ਲੱਗਦੀ ਹੈ, ਦੈਨ ਪਲੀਜ਼ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਵੱਧ ਤੋਂ ਵੱਧ।